देश दुनिया च वसदे पंजाबियों को खुशामदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट अजीत भास्कर जी और इंद्रप्रीत जी, दोनों जी आए। बहुत बहुत शुक्रिया रंधावा जी। साਰਿਆਂ ਨੂੰ ਸਤਿ ਸ੍ਰੀ ਅਕਾਲ जी। जंगां च जित जागदियां दी हुंदी आ, सुत्तियां दी तां सुस्ती हुंदी आ। जदों साडे ऐन गवांढ च धर्मशाला दे विच कई मैच खेडे जाणगे ना विश्व कप दे, ते उदों मोहाली सुक्का रह जाऊगा। ਅਸੀਂ 7 ਚੁਣ ਕੇ ਭੇਜੇ। ਅਸੀਂ ਤਾਂ 92 ਚੁਣੇ ਸੀ, 92 ਨੇ 7 ਚੁਣੇ। 7 ਇਕੱਠੇ ਹੋ ਕੇ ਖੇਡ ਮੰਤਰੀ ਨੂੰ ਮਿਲਦੇ, ਪੁੱਛ ਤਾਂ ਲੈਂਦੇ ਕਿ ਕਿਹੜੇ ਮਿਆਰਾਂ ਦੀ ਗੱਲ ਕਰਦੇ ਹੋ ਜੀ, ਜਿਹੜੇ ਮਿਆਰ ਇੰਟਰਨੈਸ਼ਨਲ ਪੱਧਰ ਦੇ ਨਹੀਂ। ਮੁਹਾਲੀ ਸਭ ਤੋਂ ਬਿਹਤਰੀਨ ਸਟੇਡੀਅਮ ਬਣਾਇਆ ਸੀ, ਉਦੋਂ ਕਿਹੜੀ ਕਮੀ ਰਹੇਗੀ। ਤੇ ਸਾਲ ਦਰ ਸਾਲ ਜਿਹੜੀ ਉੱਥੇ ਟੀਮ ਬਣਾ ਕੇ ਬੈਠੇ ਆ, ਜਿਹੜੀ ਕਦੇ ਗੋਲਫ ਖੇਡਦੀ ਨਜ਼ਰ ਆਉਂਦੀ ਆ, ਜਿਹਦੇ ਅਹੁਦੇਦਾਰ ਕਦੇ ਸੈਰਾਂ ਕਰਦੇ ਫਿਰਦੇ ਆ, ਵਧੀਆ ਟੀ-ਸ਼ਰਟਾਂ 'ਚ ਤੁਰੇ ਫਿਰਦੇ ਆ। ਉਹਨਾਂ ਦਾ ਫਿਰ ਕੰਮ ਕੀ ਆ, ਉੱਥੋਂ ਦੇ ਪ੍ਰਬੰਧਕ ਕੀ ਕਰਦੇ ਫਿਰਦੇ ਆ, ਜੇ ਅਸੀਂ ਮਿਆਰ ਹੀ ਕਾਇਮ ਨਹੀਂ ਰੱਖ ਸਕੇ। ਫਿਰ ਮੈਂ ਜਜ਼ਬਾਤੀ ਨਹੀਂ ਹੋਣਾ ਇਸ ਮਾਮਲੇ 'ਚ। ਗੱਲਾਂ ਤੁਰਦੀਆਂ ਤਾਂ ਤੁਰ ਪੈਂਦੀਆਂ। ਆਖੇ PSPCL ਕੱਲਾ ਬੋਲੀਕਾਰ ਹੈ। ਜਦੋਂ ਕੱਲੇ ਨੱਚੋਗੇ, ਕੰਪੀਟੀਸ਼ਨ ਕੋਈ ਨਹੀਂ ਹੋਏਗਾ, ਜੱਜਮੈਂਟ ਕੀ ਹੋਊਗੀ। ਵੈਸੇ ਜਦੋਂ ਅਸੀਂ ਕੱਲ ਸ਼ਾਮ ਦਾ ਪ੍ਰੋਗਰਾਮ ਰਿਕਾਰਡ ਕੀਤਾ, ਉਸ ਤੋਂ ਬਾਅਦ ਜਦੋਂ ਇਹ ਸਾਡੇ ਕੋਲ ਜਾਣਕਾਰੀ ਆਉਂਦੀ ਹੈ ਕਿ ਸ਼ਾਮ ਤੱਕ ਕੋਈ ਦੂਜਾ ਬੋਲੀਕਾਰ ਨਹੀਂ ਆਇਆ, ਤੇ ਫਿਰ ਸਵਾਲ ਉੱਠਦਾ ਹੈ ਕਿ ਕੋਈ ਦੂਜਾ ਬੋਲੀਕਾਰ, ਕੋਈ ਖਰੀਦਦਾਰ ਕਿਉਂ ਨਹੀਂ ਹੈ। ਤੇ ਕੀ ਸਰਕਾਰ ਨੇ ਆਖਰੀ ਖਰੀਦਦਾਰ ਵਜੋਂ ਸੋਚ ਕੇ ਬੋਲੀ ਦਿੱਤੀ ਹੈ ਕਿ ਘੱਟ ਤੋਂ ਘੱਟ ਅਸੀਂ ਰੇਟ ਲਾਉਣਾ ਹੈ, ਜਾਂ ਉਹ ਕੰਪੀਟੀਸ਼ਨ ਦੇ ਨਜ਼ਰੀਏ ਤੋਂ ਰੇਟ ਦੇ ਚੁੱਕੀ ਸੀ। ਤੇ ਕੀ ਹੁਣ ਸਰਕਾਰ ਰੇਟ ਦੇ ਕੇ ਫਸੀ ਮਹਿਸੂਸ ਤਾਂ ਨਹੀਂ ਕਰੂਗੀ ਵੀ ਜਦੋਂ ਖਰੀਦਦਾਰ ਹੀ ਕੋਈ ਨਹੀਂ ਸੀ ਤੇ ਅਸੀਂ ਵੀ ਨੈਗੋਸ਼ੀਏਟ ਕਰਦੇ, ਘੱਟ ਤੋਂ ਘੱਟ ਰੇਟ ਦਿੰਦੇ। ਖੈਰ ਇਹ ਤਾਂ ਹੁਣ ਦੱਸ ਸਕਦੇ ਸਰਾਂ ਸਾਹਿਬ ਕਿ ਉਹਨਾਂ ਕੀਤਾ ਕੀ ਹੈ, ਪਰ ਸਵਾਲ ਕਾਫੀ ਅਹਿਮ ਆ ਕਿ ਕੀ ਹੁਣ ਜਿਹੜੇ ਪ੍ਰਬੰਧਕ ਨੇ GVK ਦੇ, ਕੀ ਉਹ ਨੈਗੋਸ਼ੀਏਸ਼ਨ ਕਰਨਗੇ, ਹੁਣ ਸ਼ਰਤਾਂ ਤੈਅ ਹੋਣਗੀਆਂ। ਜੇ ਸਭ ਕੁਝ ਹੋਣਾ ਤੇ ਹਫ਼ਤਿਆਂ ਦਾ ਟਾਈਮ ਲੱਗਣ ਵਾਲਾ ਹੈ, ਤੇ ਮੁੱਖ ਮੰਤਰੀ ਸਾਹਿਬ ਕਾਹਲ 'ਚ ਕਿਉਂ ਸੀ। ਗੱਲ ਸਿਰਫ ਇੱਥੇ ਕਾਹਲ ਦੀ ਨਹੀਂ। ਮੁੱਖ ਮੰਤਰੀ ਨੇ ਕੱਲ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਕਟਹਿਰੇ 'ਚ ਖੜਾ ਕੀਤਾ। ਤੁਹਾਡੇ ਕਾਂਗਰਸੀ ਇਹ ਚੰਡੀਗੜ੍ਹ 'ਚ ਹਿੱਸਾ ਮੰਗਦੇ ਆ, ਜ਼ੁਬਾਨ ਤਾਂ ਖੋਲੋ। ਉਹਨਾਂ ਨੇ ਕੱਲ ਸ਼੍ਰੋਮਣੀ ਕਮੇਟੀ ਤੇ ਪ੍ਰਧਾਨ ਨੂੰ ਵੀ ਕਿਹਾ ਕਿ ਜੇ ਮੈਂ ਬੋਲੂੰਗਾ ਤੇ ਫਿਰ ਕਹੋਗੇ ਬੋਲਦੇ ਆ, ਆਪਣਾ ਪ੍ਰਬੰਧ ਚੈੱਕ ਕਰ ਲਓ। ਕੇਜਰੀਵਾਲ ਹਰਿਆਣੇ ਦੀ ਵਿਧਾਨ ਸਭਾ ਚੋਣ ਦੇ ਵਿੱਚ ਚਿਹਰਾ ਹੋਣਗੇ। ਹਰਿਆਣੇ ਦੇ ਲੋਕਾਂ ਨੂੰ ਖੁਸ਼ ਕਰਨ ਲਈ ਹਰ ਗੱਲ ਕਰਨੀ ਪੈਣੀ ਆ। ਉਦੋਂ ਨਾਲ ਖੜੇ ਪੰਜਾਬ ਦੇ ਮੁੱਖ ਮੰਤਰੀ ਦੀ ਸਥਿਤੀ ਕੀ ਹੋਊਗੀ। ਭਾਰਤੀ ਜਨਤਾ ਪਾਰਟੀ ਕਾਫੀ ਫੈਸਲਾਕੁਨ ਰੋਲ 'ਚ ਆ ਕਿ ਪੰਜਾਬ ਪ੍ਰਧਾਨ ਸਮੇਤ ਕਾਫੀ ਲੋਕ ਤਬਦੀਲੀ ਦੇ ਮੁਹਾਨ ਤੇ ਬੈਠੇ ਆ। ਇੰਦਰਪ੍ਰੀਤ ਜੀ, ਕੱਲ ਸ਼ਾਮ ਨੂੰ ਮੁੱਖ ਮੰਤਰੀ 2-3 ਟਵੀਟ ਕਰਦੇ ਆ। ਵੈਸੇ ਤਾਂ ਅੱਜ ਕੱਲ ਉਹਨਾਂ ਸ਼ੌਂਕ ਪਾੜ ਲਿਆ ਟਵੀਟ ਕਰਨ ਦਾ, ਪਰ ਜਦੋਂ ਉਹ GVK ਦੇ ਮਾਮਲੇ 'ਚ ਟਵੀਟ ਕਰਦੇ ਆ ਤਾਂ ਉਸ ਤੋਂ ਬਾਅਦ ਇਹ ਸਾਹਮਣੇ ਆਉਂਦਾ ਕਿ ਬੰਦਾ ਤਾਂ ਕੋਈ ਬੋਲੀਕਾਰ ਹੀ ਹੋਰ ਹੈ ਨਹੀਂ, ਖਰੀਦਦਾਰ ਕੋਈ ਨਹੀਂ ਹੈਗਾ। ਫਿਰ ਇਕੱਲੇ ਨੱਚਾਂਗੇ ਤੇ ਫਿਰ ਕਿੱਦਾਂ ਨੱਚਾਂਗੇ, ਸਮਝਾਓ ਜ਼ਰਾ। ਰੰਧਾਵਾ ਸਾਹਿਬ, ਐਕਚੁਅਲੀ ਜਦੋਂ ਇਹ ਟਵੀਟ ਆਇਆ ਉਦੋਂ ਤੱਕ ਕੋਈ ਵੀ ਬਿਡਰ ਆਇਆ ਨਹੀਂ ਸੀ, ਤਾਂ ਮੈਨੂੰ ਲੱਗਦਾ ਕਿ ਪਰ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਫਾਈਨਲ ਹੋ ਗਈ ਹੈ। ਬਿਡਰ ਨਹੀਂ ਆਣਾ ਦਾ ਮਤਲਬ ਸੀ ਵੀ ਪਾਵਰਕੌਮ ਕੱਲਾ ਰਹਿ ਗਿਆ ਤੇ ਹੁਣ ਪਾਵਰਕੌਮ ਹੀ ਖਰੀਦੇਗਾ, ਕੋਈ ਹੋਰ ਖਰੀਦਦਾਰ ਹੈ ਨਹੀਂ ਹੈ। ਸੋ ਇਸ ਆਵੇਗ 'ਚ ਆ ਕੇ ਮੁੱਖ ਮੰਤਰੀ ਨੇ ਤੁਰੰਤ ਇੱਕ ਟਵੀਟ ਕਰਤਾ। ਮੈਨੂੰ ਲੱਗਦਾ ਕਿ ਇਹ ਵੀ ਕਾਹਲੀ 'ਚ ਲਿਆ, ਪਰ ਮੈਨੂੰ ਉਹਨਾਂ ਦੀ ਕਾਲ ਸਮਝ ਆਉਂਦੀ ਹੈ, ਕਿਉਂਕਿ ਪਹਿਲੀ ਵਾਰ ਹੈ ਕਿ ਸਰਕਾਰ ਕੋਈ ਪ੍ਰਾਈਵੇਟ ਸੈਕਟਰ ਦਾ ਥਰਮਲ ਪਲਾਂਟ ਖਰੀਦ ਰਹੀ ਹੈ। ਮੈਨੂੰ ਲੱਗਦਾ ਸ਼ਾਇਦ ਹੋਰ ਵੀ ਮੈਂ ਕਿਸੇ ਸਟੇਟ 'ਚ ਇਦਾਂ ਦਾ ਸੁਣਿਆ ਨਹੀਂ। ਹਾਂ, ਸਰਕਾਰ ਦੇ ਥਰਮਲ ਪਲਾਂਟ ਤਾਂ ਪ੍ਰਾਈਵੇਟ ਸੈਕਟਰ 'ਚ ਜਾਂਦੇ ਮੈਂ ਜ਼ਰੂਰ ਸੁਣਿਆ, ਪਰ ਪ੍ਰਾਈਵੇਟ ਦਾ ਸੈਕਟਰ ਦਾ ਸਰਕਾਰ 'ਚ ਆਵੇ ਇਹ ਸ਼ਾਇਦ ਪਹਿਲੀ ਵਾਰ ਹੋ ਰਿਹਾ। ਇਹ ਦੇਖੋ ਪੂਰੇ ਕੰਟਰੀ ਲਈ ਇੱਕ ਖਬਰ ਸੀਗੀ ਕਿ ਸਰਕਾਰ ਖਰੀਦ ਰਹੀ ਹੈ ਪ੍ਰਾਈਵੇਟ ਸੈਕਟਰ ਦਾ। ਸੋ ਮੈਨੂੰ ਇਹ ਲੱਗਦਾ ਕਿ ਉਸ ਆਵੇਗ ਜਾਂ ਉਹ ਖੁਸ਼ੀ ਉਹ ਤਾਂ ਸ਼ਾਇਦ ਉਹਨਾਂ ਤੋਂ ਸੰਭਾਲੀ ਹੋਈ ਨਹੀਂ ਗਈ। ਉਹ ਫਟਾਫਟ ਉਹਨਾਂ ਨੇ ਟਵੀਟ ਕਰਤਾ। ਹਾਲਾਂਕਿ ਮੈਂ ਬਾਅਦ 'ਚ ਜਦੋਂ ਪਤਾ ਕੀਤਾ ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਡਿਪਾਰਟਮੈਂਟਲ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਨਹੀਂ, ਹਜੇ ਤਾਂ ਕਈ ਰਾਊਂਡਸ ਦੀ ਗੱਲਾਂ ਬਾਤਾਂ ਬਾਕੀ ਨੇ, ਡਿਬੇਟ ਹੋਣੀ ਹੈ, ਕਿਉਂਕਿ ਇਹ ਬਹੁਤ ਉਲਝਿਆ ਹੋਇਆ ਮਸਲਾ ਹੈ। ਇਹ ਜਿਹੜਾ GVK ਥਰਮਲ ਪਲਾਂਟ ਹੈ, ਕੰਪਨੀ ਦਿਵਾਲੀਆ ਹੋ ਚੁੱਕੀ ਹੈ। ਇਹਦੇ ਤੇ ਬਹੁਤ ਦੇਣਦਾਰੀਆਂ ਹੈਗੀਆਂ ਨੇ। ਉਹ ਦੇਣਦਾਰੀਆਂ ਕਿਵੇਂ ਹੋਣਗੀਆਂ, ਕਿਹੜੇ ਕਿਹੜੇ ਲੋਕ ਨੇ, ਫਿਰ ਇਹਨਾਂ ਦੇ ਕਰਮਚਾਰੀਆਂ ਦਾ ਕੀ ਹੋਏਗਾ, ਇਸ ਤਰ੍ਹਾਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਿਸ ਤੇ ਮਤਲਬ ਹਜੇ ਗੱਲਾਂ ਚੱਲਣਗੀਆਂ ਅੱਗੇ। ਸੋ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੇ ਇਹ ਟਵੀਟ ਕਰਤਾ। ਪਰ ਮੈਨੂੰ ਹੁਣ ਇਹ ਨਹੀਂ ਸਮਝ ਆ ਰਹੀ ਕਿ ਜੇ ਸਪੋਜ਼ ਕਰੋ ਕਿ ਕੱਲ ਇਹ ਅਟਕ ਗਿਆ ਕਿਤੇ ਤਾਂ ਫਿਰ ਇਸ ਟਵੀਟ ਦਾ ਕੀ ਹੋਊਗਾ। ਪਰ ਮੈਂ ਆਸਵੰਦ ਹਾਂ ਕਿ ਸਾਨੂੰ ਇਹ ਪੰਜਾਬ ਨੂੰ ਇੱਕ ਮਿਲਣਾ ਚਾਹੀਦਾ ਹੈ, ਕਿਉਂਕਿ
ਇੰਬੈਲੈਂਸ ਬਹੁਤ ਹੋ ਗਿਆ ਪੰਜਾਬ ਦੇ ਵਿੱਚ। ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹ ਕਿਤੇ ਜ਼ਿਆਦਾ ਬਿਜਲੀ ਪੈਦਾ ਕਰਕੇ ਪੰਜਾਬ ਨੂੰ ਦੇ ਰਿਹਾ, ਜਿਹੜਾ ਸਰਕਾਰੀ ਸੈਕਟਰ ਹੈ ਉਹਦੀ ਜਿਹੜੀ ਉਹਦੀ ਹਿੱਸੇਦਾਰੀ ਹੈ ਉਹ ਘਟਦੀ ਜਾ ਰਹੀ ਹੈ। ਪਰ ਇਹਦੇ 'ਚ ਤੁਸੀਂ ਜਿਹੜਾ ਪਹਿਲਾਂ ਕਹਿ ਰਹੇ ਸੀ ਵੀ ਦੂਜੇ ਕਿਉਂ ਨਹੀਂ ਆ ਰਹੇ, ਰੰਧਾਵਾ ਸਾਹਿਬ, ਇਹਦੇ 'ਚ ਬਹੁਤ ਇੱਕ ਟੈਕਨੀਕਲ ਪੁਆਇੰਟ ਇਹ ਹੈ ਕਿ ਇਸ ਟਾਈਮ ਕੰਟਰੀ ਦੇ ਵਿੱਚ ਕੋਲ ਦੀ ਬਹੁਤ ਸ਼ਾਰਟੇਜ ਹੋ ਰਹੀ ਹੈ, ਡੇ ਬਾਈ ਡੇ ਸ਼ਾਰਟੇਜ ਹੋ ਰਹੀ ਹੈ। ਤੇ ਮੈਨੂੰ ਯਾਦ ਹੈ ਕਿ ਪਿੱਛੇ ਜੇ ਕੋਲ ਮਿਨਿਸਟਰ ਜਿਹੜੇ ਹੈਗੇ ਨੇ RK ਸਿੰਘ, ਉਹਨਾਂ ਨੇ ਇੱਕ ਲਿਖਿਆ ਵੀ ਸੀਗਾ ਸਾਰੀਆਂ ਸਟੇਟਾਂ ਨੂੰ ਜਿੱਥੇ ਜਿੱਥੇ ਵੀ ਕੋਲ ਬੇਸਡ ਜਿਹੜੇ ਥਰਮਲ ਪਲਾਂਟ ਲੱਗੇ ਹੋਏ ਨੇ ਕਿ 30% ਜਿਹੜਾ ਤੁਹਾਡੀ ਆਪੂਰਤੀ ਹੈ ਤੁਸੀਂ ਇਹ ਵਿਦੇਸ਼ੀ ਕੋਇਲੇ ਤੋਂ ਕਰੋ, ਇਹ ਇੰਪੋਰਟ ਕਰੋ, ਅਸੀਂ ਤੁਹਾਨੂੰ ਨਹੀਂ ਦੇ ਪਾਵਾਂਗੇ, ਸਾਡੇ ਕੋਲ ਇੰਨਾ ਕੋਇਲਾ ਨਹੀਂ ਹੈਗਾ। ਦੇਖੋ ਕੋਈ ਵੀ ਥਰਮਲ ਪਲਾਂਟ ਹੈ ਰੰਧਾਵਾ ਸਾਹਿਬ, ਉਹ 'ਚ ਸਭ ਤੋਂ ਇੰਪੋਰਟੈਂਟ ਚੀਜ਼ ਕੋਲ ਲਿੰਕ ਹੀ ਹੈ। ਜਦ ਤੱਕ ਕੋਲ ਲਿੰਕ ਤੁਹਾਡਾ ਨਹੀਂ ਬਣਦਾ, ਕੋਈ ਵੀ ਕੰਪਨੀ ਚਾਹੇ ਸਰਕਾਰੀ ਹੋਵੇ ਚਾਹੇ ਗੈਰ ਸਰਕਾਰੀ ਹੋਵੇ, ਕੋਈ ਵੀ ਕੰਪਨੀ ਜਿਹੜੀ ਹੈ ਉਸ ਤੇ ਅੱਗੇ ਵਧੂਗੀ ਨਹੀਂ। ਸਭ ਤੋਂ ਇੰਪੋਰਟੈਂਟ ਕੋਲ ਲਿੰਕ ਦੀ ਗੱਲ ਹੈ। ਸੋ ਪੰਜਾਬ ਦੀ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਪੰਜਾਬ ਕੋਲੇ, ਉਹ ਇਹ ਹੈ ਕਿ ਇਹਨਾਂ ਕੋਲੇ ਪਟਵਾੜਾ ਮਾਈਨ ਹੈਗੀ ਹੈ ਜਿਹੜੀ ਚੱਲ ਪਈ ਹੈ, ਬਹੁਤ ਸਾਲਾਂ ਤੋਂ ਉਹ ਬੰਦ ਪਈ ਸੀ, ਸਾਨੂੰ ਉਸ ਤੋਂ ਕੋਲ ਨਹੀਂ ਮਿਲ ਰਿਹਾ ਸੀ। ਇਹ ਸਰਕਾਰ ਨੇ ਆ ਕੇ ਉਹ ਹਿੰਮਤ ਦਿਖਾਈ ਹੈ ਤੇ ਉਹ ਕੋਲ ਮਾਈਨ ਚੱਲ ਪਈ ਹੈ ਤੇ ਇਸੇ ਕਰਕੇ ਹੁਣ ਸਾਡੇ ਕੋਲ ਅਥਾਹ ਭੰਡਾਰ ਪਏ ਨੇ ਜਿਹੜੇ ਸਾਡੇ ਮਤਲਬ ਸਰਕਾਰੀ, ਚਾਹੇ ਰੋਪੜ ਵਾਲਾ ਹੋਵੇ ਚਾਹੇ ਲਹਿਰਾ ਮੁਹੱਬਤ ਵਾਲਾ ਹੋਵੇ, ਸਾਡੇ ਕੋਲ ਬਹੁਤ ਕੋਲਾ ਪਿਆ ਹੈ। ਅਸੀਂ ਤਾਂ ਬਲਕਿ ਇਸ ਪੋਜੀਸ਼ਨ 'ਚ ਵੀ ਮਤਲਬ ਆਏ ਹੋਏ ਹਾਂ ਕਿ ਜਿਹੜੇ ਸਾਡੇ ਪ੍ਰਾਈਵੇਟ ਥਰਮਲ ਪਲਾਂਟ ਨੇ, ਚਾਹੇ ਉਹ ਤਲਵੰਡੀ ਸਾਬੋ ਵਾਲਾ ਹੋਵੇ ਚਾਹੇ ਰਾਜਪੁਰਾ ਵਾਲਾ ਹੋਵੇ, ਇਹਨਾਂ ਨੂੰ ਵੀ ਉੱਥੋਂ ਕੋਇਲਾ ਦੇਤਾ ਜਾਏ। ਇਹਦੀ ਟਾਕਸ ਹਜੇ ਚੱਲ ਰਹੀਆਂ ਗਵਰਨਮੈਂਟ ਆਫ ਇੰਡੀਆ ਦੇ ਵਿੱਚ, ਹਜੇ ਕੰਪਲੀਟ ਨਹੀਂ ਹੋਈਆਂ ਕਿਉਂਕਿ ਗਵਰਨਮੈਂਟ ਆਫ ਇੰਡੀਆ ਹਜੇ ਇਸ ਗੱਲ ਲਈ ਤਿਆਰ ਨਹੀਂ ਹੈ ਕਿ ਇਸ ਮਾਈਨਸ ਤੋਂ ਇਹਨਾਂ ਨੂੰ ਆਏ। ਉਹ ਕਹਿੰਦੇ ਆਪਣੇ ਕੋਲ ਲਿੰਕ ਤੋਂ ਹੀ ਕਰੋ ਜਾਂ ਫਿਰ ਬਾਹਰੋਂ ਮੰਗਵਾਓ। ਬਾਹਰੋਂ ਮੰਗਵਾਉਣਾ ਪੰਜਾਬ ਨੂੰ ਬਹੁਤ ਮਹਿੰਗਾ ਪੈਂਦਾ ਹੈ ਕਿਉਂਕਿ ਸਾਨੂੰ ਡਬਲ ਖਰਚਾ ਪੈਂਦਾ ਹੈ। ਪਹਿਲਾਂ ਅਸੀਂ ਆਸਟ੍ਰੇਲੀਆ ਤੋਂ ਜਾਂ ਕਿਸੇ ਵੀ ਹੋਰ ਕੰਟਰੀ ਤੋਂ ਬੰਦਰਗਾਹਾਂ ਤੇ ਮੰਗਾਵਾਂਗੇ, ਬੰਦਰਗਾਹਾਂ ਤੋਂ ਫਿਰ ਅੱਗੇ ਤੱਕ ਆਏਗਾ। ਮੈਨੂੰ ਲੱਗਦਾ ਕਿ ਬਹੁਤ ਮਹਿੰਗਾ ਪੈਂਦਾ ਹੈ। ਇਸ ਕਰਕੇ ਜਿਹੜੀਆਂ ਕੰਪਨੀਆਂ ਨੇ, ਜਿੰਨੇ ਵੀ ਹੋਰ ਬਿਡਰ ਸੀ, ਚਾਹੇ ਅਡਾਨੀ ਦੇ ਹੋਣ ਜਾਂ ਜਿਹੜੇ ਵੀ ਟਾਟਾ ਵਾਲੇ ਹੋਣ ਜਾਂ ਜਿਨ੍ਹਾਂ ਨੇ ਵੀ ਹੋਰ ਬਿਡਿੰਗ ਕੀਤੀ ਹੈਗੀ ਹੈ, ਉਹ ਸਾਰੇ ਦੇ ਸਾਰੇ ਇਸ ਕਰਕੇ ਸ਼ਾਇਦ ਪਿੱਛੇ ਹਟ ਗਏ ਕਿ ਕੋਲ ਇੱਕ ਵੱਡੀ ਸਮੱਸਿਆ ਹੈ ਔਰ ਗੋਇੰਦਵਾਲ ਸਾਹਿਬ ਦੂਰ ਵੀ ਬਹੁਤ ਪੈਂਦਾ ਕੋਲ ਮਾਈਨਸ ਤੋਂ, ਇਸ ਕਰਕੇ ਸ਼ਾਇਦ ਉਹ ਨਹੀਂ ਆਏ। ਪਰ ਸਾਡੇ ਕੋਲ ਕਿਉਂਕਿ ਇੱਕ ਹੈਗੀ ਹੈ, ਚਾਂਸ ਹੈਗਾ, ਇਹ ਅਗਰ ਸਾਨੂੰ ਮਿਲ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਵੱਧ ਖੁਸ਼ੀ ਵਾਲੀ ਕੋਈ ਗੱਲ ਪੰਜਾਬ ਵਾਸਤੇ ਨਹੀਂ ਹੋਏਗੀ। ਬਿਲਕੁਲ, ਇਹ ਸਰਕਾਰ ਨੇ ਇੱਕ ਆਪਣੇ ਆਪ ਦੇ ਵਿੱਚ ਪ੍ਰਾਪਤੀ ਵਜੋਂ ਇਹਨੂੰ ਦਰਸਾਉਣਾ ਹੈ ਤੇ ਬਣਦਾ ਵੀ ਹੈ ਕਿਉਂਕਿ ਸਿਚੁਏਸ਼ਨ ਇਹੋ ਜਿਹੀ ਬਣ ਗਈ ਸੀ ਕਿ ਬੰਦ ਹੋ ਗਿਆ ਸੀ ਤੇ ਬੰਦ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਬਹੁਤ ਦੇਰ ਤੱਕ ਆਪਣਾ ਭਾਰ ਆਪ ਨਹੀਂ ਸਹਿੰਦੀਆਂ, ਉਹਨਾਂ ਨੂੰ ਵੇਚਿਆ ਜਾਂਦਾ ਔਰ ਉਹਦੇ ਵੇਚਣ 'ਚ ਇਕੱਲੇ ਫਿਰ ਉਹਦੇ ਮਾਲਕ ਹੀ ਨਹੀਂ ਹੁੰਦੇ, ਪ੍ਰਬੰਧਕ ਨਹੀਂ ਹੁੰਦੇ, ਉਹਦੇ ਵਿੱਚ ਬੈਂਕ ਵੀ ਹੁੰਦੇ ਆ ਜਿਨ੍ਹਾਂ ਦਾ ਪੈਸਾ ਡੁੱਬਿਆ ਹੁੰਦਾ। ਉਹ ਬਹੁਤ ਸਾਰੀਆਂ ਪਾਰਟੀਆਂ ਹੁੰਦੀਆਂ, ਜਿਹੜੇ ਪੈਸੇ ਰਿਕਵਰ ਹੋਣੇ ਹੁੰਦੇ ਆ, ਜਿਹੜੇ ਪੈਸੇ ਬੈਂਕਾਂ ਨੂੰ ਦੇਣੇ ਆ, ਜਿੱਥੋਂ ਵੀ। ਇਹ ਦੇਖਣ ਵਾਲੀ ਗੱਲ ਆ ਕਿ ਇਹ ਸਰਕਾਰ ਇਹਨਾਂ ਚੋਂ ਕਿਵੇਂ ਪਾਰ ਪਾਉਂਦੀ ਆ। ਤੇਜਵੀਰ ਸਿੰਘ ਵਰਗੇ ਅਧਿਕਾਰੀ ਤੇ ਸਰਾਂ ਸਾਹਿਬ, ਬਲਦੇਵ ਸਿੰਘ ਸਰਾਂ ਵਰਗੇ ਲੋਕ ਇਕੱਠੇ ਹੋ ਕੇ ਲੱਗੇ ਹੋਣਗੇ, ਕੋਈ ਨਾ ਕੋਈ ਤਾਂ ਛਾਲ ਮਾਰੀ ਲੈਣਗੇ। ਪਰ ਉਂਝ ਵੈਸੇ ਥਰਮਲ ਪਲਾਂਟ ਪੈਂਦੇ ਬੜੇ ਟੇਢੇ ਆ। ਜਦੋਂ ਅਸੀਂ ਕੋਲ ਦੀ ਗੱਲ ਕਰਦੇ ਹਾਂ ਤਾਂ ਇਹ ਕੋਈ ਜੇਬ 'ਚ ਪਾਉਣ ਵਾਲੀ ਚੀਜ਼ ਤਾਂ ਹੈ ਨਹੀਂ। ਇੱਕ ਵੱਡੇ ਐਕਸਪਰਟ, ਮੈਂ ਨਾਂ ਨਾ ਲਵਾਂ, ਤੇ ਉਹ ਮੈਨੂੰ ਸਵੇਰੇ ਅੱਜ ਦੱਸ ਰਹੇ ਸੀਗੇ ਕਿ ਜਦੋਂ ਕੋਲ ਰੱਖਣਾ ਹੈ ਤੇ ਉਹਦੇ ਲਈ ਬਹੁਤ ਵਸੀਹ ਜਗ੍ਹਾ ਚਾਹੀਦੀ ਹੁੰਦੀ ਹੈ, ਭੰਡਾਰ ਕਰਨਾ ਹੁੰਦਾ, ਫਿਰ ਇਹ ਬਹੁਤ ਹੀਟ ਛੱਡਦੇ ਆ। ਹੀਟ ਕਾਰਨ ਇਹਨਾਂ ਨੂੰ ਜਿਹੜਾ ਉਹ ਨਦੀਆਂ ਦਰਿਆਵਾਂ ਦੇ ਕੰਢੇ ਤੇ ਲਾਉਣਾ ਪੈਂਦਾ, ਪਾਣੀ ਬਹੁਤ ਵੇਸਟ ਹੁੰਦਾ ਹੈ। ਉਹ ਸਾਰੀਆਂ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ। ਖੈਰ, ਆਪਾਂ ਕੋਈ ਟੈਕਨੀਕਲ ਮਾਹਰ ਤਾਂ ਹੈ ਨਹੀਂ, ਜਿੱਥੋਂ ਇਨਫੋਰਮੇਸ਼ਨ ਮਿਲਦੀ ਆ ਲੈ ਕੇ ਵਧਾ ਦੀ, ਕਿਸੇ ਵੇਲੇ ਗਲਤ ਵੀ ਚਲੇ ਜਾਂਦੀ ਹੈ, ਲੇਕਿਨ ਆਪਾਂ ਯਤਨ ਕਰਦੇ ਰਹੀਦਾ ਹੈ ਕਿ ਇਹ ਗੱਲ ਤੁਰਦੀ ਰਹੇ। ਖੈਰ, ਸਰਕਾਰ ਕੋਲ ਜਸ਼ਨ ਦਾ ਮੌਕਾ ਹੈ, ਉਹ ਇਸ ਸੁਰਖੀ ਨੂੰ ਕਿੰਨਾ ਬਣਾਉਣਾ ਚਾਹੁੰਦੀ ਆ ਉਹਦੇ ਤੇ, ਔਰ ਇਹ ਸੁਰਖੀ ਕਿਵੇਂ ਅੱਗੇ ਵੱਧਦੀ ਹੈ। ਲੇਕਿਨ ਭਾਸਕਰ ਸਾਹਿਬ, ਜਿਹੜਾ ਮਾਮਲਾ ਸਭ ਤੋਂ ਅਹਿਮ ਆ, ਜਦੋਂ ਹਰਿਆਣੇ ਦੇ ਵਿੱਚ ਕੇਜਰੀਵਾਲ ਚਿਹਰਾ ਹੋਣਗੇ ਤੇ ਪੰਜਾਬ ਤੇ ਹਰਿਆਣਾ ਮੜਕਣਗੇ ਤੇ ਉਦੋਂ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਆਮਣੇ ਸਾਹਮਣੇ ਹੋਣਗੇ ਜਾਂ ਸੇਮ ਪੇਜ ਤੇ ਹੋਣਗੇ, ਪੰਜਾਬ ਦੇ ਹਿੱਤਾਂ ਦੀ ਪੂਰਤੀ ਕੌਣ ਕਰੂਗਾ? ਕੱਲ ਹਿਮਾਚਲੀਆਂ ਨੇ ਮਾਰੇ ਆ 2 ਵੱਡੇ ਵੱਡੇ ਛੱਕੇ। ਅਸੀਂ ਬਾਲ ਲਪਕ ਪਾਏ ਕਿ ਨਹੀਂ ਪਾਏ ਵੱਖਰਾ ਸਵਾਲ ਹੈ, ਪਰ ਜਦੋਂ ਕੇਜਰੀਵਾਲ ਸਾਹਿਬ ਚਾਹਣਗੇ ਮੈਂ ਛੱਕਾ ਮਾਰਨਾ, ਭਗਵੰਤ ਮਾਨ ਬਾਉਂਡਰੀ ਤੇ ਖੜੇ ਵੀ ਵੇਖ ਹੀ ਸਕਣਗੇ, ਫੜ ਨਹੀਂ ਸਕਣਗੇ, ਕਿਉਂਕਿ ਆਪਣੇ ਕੈਪਟਨ ਦੇ ਖਿਲਾਫ ਜਾਇਆ ਨਹੀਂ ਚਾਹੁੰਦਾ ਹੁੰਦਾ। ਭਾਸਕਰ ਸਾਹਿਬ, ਇਹ ਗੱਲ ਨੂੰ ਤੋਰੋ ਪਹਿਲਾਂ। ਜਿੱਥੇ ਤੱਕ ਕੇਜਰੀਵਾਲ ਉਹਨਾਂ ਦੀ ਗੱਲ ਹੈਗੀ ਹੈ, ਗੁਪਤਾ ਜੀ ਦਾ ਇੱਕ ਬਿਆਨ ਛਪਿਆ ਕਿ ਕੇਜਰੀਵਾਲ ਲੀਡ ਕਰਨਗੇ ਕੈਂਪੇਨ ਹਰਿਆਣਾ ਦੇ ਵਿੱਚ, ਕਿਉਂਕਿ ਵਿਧਾਨ ਸਭਾ ਇਲੈਕਸ਼ਨ ਹਰਿਆਣਾ ਦੇ ਵਿੱਚ ਵੀ 2024 ਦੀ ਲੋਕ ਸਭਾ ਇਲੈਕਸ਼ਨ ਦੇ ਨਾਲ ਵੀ ਹੋ ਸਕਦੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮਨੋਹਰ ਲਾਲ ਖੱਟੜ ਉਹਨਾਂ ਨੇ ਕੇਂਦਰ ਨੂੰ ਇਹ ਰਿਕੁਐਸਟ ਕੀਤੀ ਹੈ ਕਿ ਵੀ ਨਾਲ ਕਰਾ ਦਿੱਤੇ ਜਾਣ। ਹੁਣ ਜਦ ਹਰਿਆਣਾ ਦੇ ਵਿੱਚ ਕੇਜਰੀਵਾਲ ਉਹਨਾਂ ਕੈਂਪੇਨ ਨੂੰ ਲੀਡ ਕਰਨਗੇ
ਤੇ ਜਿਹੜੇ ਉਹ ਸਾਰੇ तमाम ਇਸ਼ੂਜ਼ ਜਿਨ੍ਹਾਂ ਮੁੱਦਿਆਂ ਦੇ ਉੱਤੇ ਪੰਜਾਬ ਤੇ ਹਰਿਆਣਾ ਦੇ ਵਿੱਚ ਕਨਫਲਿਕਟ ਹੈਗਾ, ਰਿਫਟ ਹੈਗਾ, ਭਾਵੇਂ SYL ਦਾ ਮੁੱਦਾ ਹੋਏ, ਚੰਡੀਗੜ੍ਹ ਦਾ ਮੁੱਦਾ ਹੋਏ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਮੁੱਦਾ ਹੋਏ, ਇਹਨਾਂ ਸਾਰੇ ਮੁੱਦੇ ਦੇ ਉੱਤੇ ਉਹਨਾਂ ਨੂੰ ਕੋਈ ਡਿਫਰੈਂਟ ਸਟੈਂਡ ਤੇ ਲੈਣਾ ਹੀ ਪਏਗਾ। 2017 ਤੋਂ ਪਹਿਲੇ ਜਦ ਕੈਂਪੇਨ ਚੱਲਦਾ ਸੀਗਾ ਪੰਜਾਬ ਦੇ ਵਿੱਚ ਔਰ ਕੇਜਰੀਵਾਲ ਉਹਨਾਂ ਦੀ ਪਾਰਟੀ ਕਾਫੀ ਹਾਈ ਲੈਵਲ ਤੇ ਆਪਣਾ ਕੈਂਪੇਨ ਨੂੰ ਕਰ ਰਹੀ ਸੀ, ਉਹਨਾਂ ਦਿਨਾਂ ਦੇ ਵਿੱਚ ਵੀ ਕੇਜਰੀਵਾਲ ਉਹਨਾਂ ਦੇ ਉੱਤੇ ਇਲਜ਼ਾਮ ਇਹੀ ਲੱਗਾ ਸੀ ਕਿ ਸ਼ੰਭੂ ਬਾਰਡਰ ਟੱਪਣ ਤੋਂ ਬਾਅਦ ਉਹ ਹਰਿਆਣਾ ਦੀ ਗੱਲ ਕਰਦੇ ਨੇ। ਹੁਣ ਭਗਵੰਤ ਮਾਨ ਉਹਨਾਂ ਦੇ ਨਾਲ ਹੋਣਗੇ ਕੈਂਪੇਨ ਦੇ ਵਿੱਚ, ਭਾਵੇਂ ਗੁਜਰਾਤ ਹੋਏ, ਭਾਵੇਂ ਅਹਿਮਦਾਬਾਦ ਹੋਏ, ਭਾਵੇਂ ਮੱਧ ਪ੍ਰਦੇਸ਼ ਹੋਏ। ਹੁਣ ਭਗਵੰਤ ਮਾਨ ਉਹਨਾਂ ਦਾ ਕੇਜਰੀਵਾਲ ਉਹਨਾਂ ਦੇ ਨਾਲ ਹੋਣਾ ਉਹ ਇੰਨਾ ਮਾਇਨਾ ਇਹਨਾਂ ਸੂਬਿਆਂ ਦੇ ਵਿੱਚ ਤੇ ਨਹੀਂ ਰੱਖਦਾ ਸੀਗਾ, ਪਰ ਹਰਿਆਣਾ ਦੇ ਵਿੱਚ ਜਦ ਭਗਵੰਤ ਮਾਨ ਉਹਨਾਂ ਨਾਲ ਹੋਣਗੇ ਔਰ ਕੇਜਰੀਵਾਲ ਉਹਨਾਂ ਹਰਿਆਣਾ ਦੇ ਲੋਕਾਂ ਨੂੰ ਲੁਭਾਉਣ ਵਾਸਤੇ ਕੁਝ ਐਦਾਂ ਦੇ ਵਾਅਦੇ ਕਰ ਦੇਣਗੇ ਜਿਹਦੇ ਵਿੱਚ ਪੰਜਾਬ ਦੇ ਹਿੱਤਾਂ ਦਾ ਕਿਸੇ ਨਾ ਕਿਸੇ ਜਗ੍ਹਾ ਇੰਟਰਸਟ ਤਿਆਗ ਹੋਏ ਤੇ ਇਸ਼ੂ ਤੇ ਬਣੇਗਾ। ਪਰ ਕੇਜਰੀਵਾਲ ਉਹਨਾਂ ਦਾ ਵੀ ਦਿਲ ਕਰਦਾ, ਦਿੱਲੀ ਦੇ ਵਿੱਚ ਆਰਡੀਨੈਂਸ ਜਾਂ ਫਿਰ ਕੇਂਦਰ ਸਰਕਾਰ ਅਕਸਰ ਉਹਨਾਂ ਨੂੰ ਤੰਗ ਕਰਦੀ ਹੈ, ਉਹ ਵੀ ਤੰਗ ਆ ਚੁੱਕੇ ਨੇ ਔਰ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਬਣਨ ਦੀ ਇੱਛਾ ਉਹਨਾਂ ਦੇ ਅੰਦਰ ਜ਼ਰੂਰ ਜਾਗੀ ਹੋਏਗੀ। ਉਹ ਵੀ ਖਾਸ ਕਰਕੇ ਤਦ ਜਦ ਉਹ ਬਿਲੋਂਗ ਕਰਦੇ ਨੇ ਹਰਿਆਣਾ ਤੋਂ ਔਰ ਉੱਥੇ ਉਹਨਾਂ ਦੀ ਜਿਹੜਾ ਕੀ ਕਹੀਏ ਕਿ ਬਰਥ ਪਲੇਸ ਉਹਨਾਂ ਦਾ ਹਰਿਆਣਾ ਹੈਗਾ। ਹੁਣ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਕੀ ਕਦੋਂ ਤੇ ਕਿੱਥੇ ਹੁੰਦਾ ਹੈ ਔਰ ਕੀ ਕਿਹਾ ਜਾਂਦਾ ਹਰਿਆਣਾ ਦੇ ਵਿੱਚ, ਕੀ ਉਹਦਾ ਰਿਐਕਸ਼ਨ ਹੁੰਦਾ ਪੰਜਾਬ ਦੇ ਵਿੱਚ, ਕਿਉਂਕਿ ਹਿਮਾਚਲ ਦੀ ਵੀ ਗੱਲ ਕਰੀਏ BBMB ਦੇ ਰਾਇਲਟੀ ਮੰਗਣ ਤੋਂ ਬਾਅਦ ਜਾਂ ਫਿਰ BBMB ਤੋਂ ਇਲਾਵਾ ਜਿਹੜਾ 7% 7.19% ਜਿਹੜਾ ਸ਼ੇਅਰ ਮੰਗਿਆ ਚੰਡੀਗੜ੍ਹ ਦੇ ਵਿੱਚ, ਉਹਦੇ ਵਿੱਚ ਸਾਡੇ ਮਾਨ ਸਾਹਿਬ ਨੇ ਵੀ ਬਾਜਵਾ ਸਾਹਿਬ ਤੋਂ ਕਲੈਰੀਫਿਕੇਸ਼ਨ ਮੰਗੀ ਹੈ। ਬਾਜਵਾ ਸਾਹਿਬ ਹੁਣ ਦੱਸੋ ਤੁਸੀਂ ਪੰਜਾਬ ਦੇ ਨਾਲ ਹੋ ਜਾਂ ਫਿਰ ਹਿਮਾਚਲ ਦੇ ਨਾਲ ਹੋ, ਔਰ ਉਸ ਕਲੈਰੀਫਿਕੇਸ਼ਨ ਦੇ ਉੱਤੇ ਜਿੱਦਾਂ ਬਾਜਵਾ ਸਾਹਿਬ ਫਸਦੇ ਨੇ ਉਦਾਂ ਹੀ ਮਾਨ ਸਾਹਿਬ ਹਰਿਆਣੇ ਦੇ ਵਿੱਚ ਉਹਨਾਂ ਮੁੱਦਿਆਂ ਦੇ ਉੱਤੇ ਫਸ ਸਕਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੇਜਰੀਵਾਲ ਉਹਨਾਂ ਹਰਿਆਣੇ ਦੇ ਵਿੱਚ ਵੱਡੇ ਵਾਅਦੇ ਤੋਂ ਅੱਗੇ ਵਧਣਗੇ। ਹਾਂ, ਇਹਦੇ 'ਚ ਇੱਕ ਚੀਜ਼ ਹੈ ਕਿ ਉਹ ਹਰ ਜਗ੍ਹਾ ਤੋਂ ਕਹਿ ਸਕਦੇ ਕਿ ਅਸੀਂ ਜੇ ਦੋਵਾਂ ਸਟੇਟਾਂ 'ਚ ਹੋਵਾਂਗੇ ਤਾਂ ਅਸੀਂ ਮੁੱਦੇ ਬਹਿ ਕੇ ਨਜਿੱਠ ਲਾਂਗੇ, ਪਰ ਉਹਨਾਂ ਨੂੰ ਇਹ ਕਹਿਣਾ ਪਊਗਾ ਵੀ ਅਸੀਂ SYL ਦਾ ਮਾਮਲਾ ਹੱਲ ਕਰ ਦਾਂਗੇ। ਹਰਿਆਣੇ 'ਚ ਇਹ ਨਹੀਂ ਚੱਲਣਾ ਕਿ ਨਹੀਂ ਬਣਾਵਾਂਗੇ, ਇਹ ਤਾਂ ਕਹਿਣਾ ਪੈਣਾ ਕਿ ਅਸੀਂ ਤੁਹਾਨੂੰ ਪਾਣੀ ਦੇਵਾਂਗੇ। ਹੁਣ ਇੱਥੇ ਹੀ ਗੱਲ ਦੇ ਉੱਤੇ ਸਾਰੀ ਲੜਾਈ ਸ਼ੁਰੂ ਹੋ ਜਾਂਦੀ ਹੈ, ਬਾਕੀ ਗੱਲਾਂ ਸੈਕੰਡਰੀ ਹੋ ਜਾਂਦੀਆਂ। ਵਾਪਸ ਭਗਵੰਤ ਮਾਨ ਨੂੰ ਇਹਦੇ ਉੱਤੇ, ਪਰ ਚੁੱਪ ਹਰ ਮਾਮਲੇ 'ਚ ਹੀ ਬੜੀ ਬਿਹਤਰ ਹੁੰਦੀ ਹੈ, ਚੁੱਪ ਕੀਤਾ ਜਾਂਦਾ। ਚੁੱਪ ਤਾਂ ਸਾਡੇ ਰਾਜ ਸਭਾ ਦੇ ਮੈਂਬਰ ਵੀ ਨੇ। ਇੱਕ ਅੱਧ ਪੱਤਰ ਸ਼ਾਇਦ ਸਾਨੀ ਸਾਹਿਬ ਨੇ ਲਿਖਿਆ ਹੈ, ਸਾਨੀ ਸਾਹਿਬ ਨੇ ਇੱਕ ਅੱਧ ਕੋ ਫੋਨ ਕਾਲ ਵੀ ਕੀਤੀ ਹੋ ਸਕਦੀ, ਮੁਹਾਲੀ ਕਿਉਂ ਵਿਸਰਿਆ। ਪਰ ਵੈਸੇ ਇੰਦਰਪ੍ਰੀਤ ਜੀ ਇਹਨਾਂ ਮਾਮਲਿਆਂ 'ਚ ਸਾਡੇ ਸੱਤੇ ਮੈਂਬਰ ਜੇ ਕਿਤੇ ਇਕੱਠੇ ਹੋ ਕੇ ਪ੍ਰੈਸ਼ਰ ਕ੍ਰੀਏਟ ਕਰਦੇ, ਕਿਉਂਕਿ ਲੋਕ ਸਭਾ 'ਚ ਤੇ ਹੁਣ ਇੱਕੋ ਹੀ ਆ, ਉਹਨਾਂ ਨੂੰ ਵੀ ਨਾਲ ਲੈ ਜਾਂਦੇ, ਉਹਨਾਂ ਕਿਹੜਾ ਘੁੰਡ ਕੱਢਣਾ ਸੀ, ਤੁਰ ਪੈਣਾ ਸੀ ਸੁਸ਼ੀਲ ਰਿੰਕੂ ਨੇ ਨਾਲ। ਇਹ ਅੱਠੇ ਮੁੱਖ ਮੰਤਰੀ ਦਾ ਸੁਨੇਹਾ ਲੈ ਕੇ ਜਾਂਦੇ ਕਿ ਪੰਜਾਬੀਆਂ ਨਾਲ ਵਿਤਕਰੇ ਦੀ ਬੂ ਆਉਂਦੀ ਹੈ, ਪੰਜਾਬੀਆਂ ਨਾਲ ਵਿਤਕਰੇ ਦਾ ਇਹ ਸਿਲਸਿਲਾ ਬਣਦਾ ਹੈ, ਇਹਨੂੰ ਤੋੜੋ। ਦੇਖੋ ਅਹਿਮਦਾਬਾਦ 'ਚੋਂ ਇੱਕ ਮੈਚ ਕੱਢ ਲਓ, ਧਰਮਸ਼ਾਲਾ 'ਚੋਂ ਇੱਕ ਮੈਚ ਕੱਢ ਲਓ, ਦੋ ਨਹੀਂ ਦੇਣੇ ਤਾਂ ਇੱਕ ਹੀ ਦੇ ਦਿਓ, ਘੱਟੋ ਘੱਟ ਮੂੰਹ ਰੱਖਣੀ ਤਾਂ ਹੋ ਜੇ। ਬਿਲਕੁਲ ਰੰਧਾਵਾ ਸਾਹਿਬ, ਤੁਸੀਂ ਠੀਕ ਕਿਹਾ ਕਿ ਗੱਲ ਤਾਂ ਕਰ ਸਕਦੇ ਆ ਸੱਤੋਂ ਦੇ ਸੱਤੇ, ਪਰ ਸਭ ਤੋਂ ਜ਼ਿਆਦਾ ਜਿਹੜਾ ਅਫਸੋਸਨਾਕ ਇਸ ਦਾ ਪਹਿਲੂ ਹੈ ਉਹ ਇਹੀ ਹੈ ਦੋਨੋਂ ਤਰਫ ਤੋਂ। ਪਹਿਲੀ ਗੱਲ ਤਾਂ BCCI ਦੀ ਤਰਫ ਤੋਂ, ਜਿਨ੍ਹਾਂ ਨੇ ਧਰਮਸ਼ਾਲਾ ਵਰਗੇ ਉਹਨੂੰ 5 ਮੈਚ ਦਿੱਤੇ ਔਰ ਮੋਹਾਲੀ ਨੂੰ ਬਿਲਕੁਲ ਹੀ ਖਾਲੀ ਰੱਖਤਾ। ਉਸ ਮੋਹਾਲੀ ਨੂੰ ਜਿੱਥੇ ਇਸ ਮਤਲਬ ਕੰਟਰੀ ਦਾ ਹੀ ਮੈਂ ਕਹੂੰਗਾ ਸਭ ਤੋਂ ਹੌਟੈਸਟ ਮੈਚ ਜਿਹੜਾ ਪਿਛਲੀ ਵਾਰ ਸੈਮੀਫਾਈਨਲ ਭਾਰਤ ਤੇ ਪਾਕਿਸਤਾਨ, ਪਿਛਲੀ ਵਾਰ ਭਾਰਤ ਤੇ ਪਾਕਿਸਤਾਨ ਦਾ ਖੇਡਿਆ ਗਿਆ ਸੀ, ਮੈਨੂੰ ਲੱਗਦਾ ਕਿ ਉਸ ਤੋਂ ਹੌਟ ਮੈਚ ਤਾਂ ਕੋਈ ਹੈ ਹੀ ਨਹੀਂ ਸੀ ਜਿਸ 'ਚ ਦੋ ਮਤਲਬ ਇੱਧਰੋਂ ਵੀ ਪ੍ਰਧਾਨ ਮੰਤਰੀ ਆਏ ਤੇ ਉਧਰੋਂ ਵੀ ਰਾਸ਼ਟਰਪਤੀ ਆਏ। ਤੇ ਮੈਨੂੰ ਲੱਗਦਾ ਵੀ ਇਹਨੂੰ ਇਹ ਕਹਿ ਕੇ ਛੱਡਣਾ ਜੋ ਕੱਲ ਸਾਡੀ ਗੱਲ ਹੋਈ ਹੈ ਜੀ, ਇੱਥੇ ਪਾਰਕਿੰਗ ਨਹੀਂ ਹੈ। ਜਿਹੜਾ ਤੁਸੀਂ ਰਾਜੀਵ ਸ਼ੁਕਲਾ ਜਿਹੜੇ ਉਪ ਪ੍ਰਧਾਨ ਨੇ BCCI ਦੇ, ਅਗਰ ਉਹਨਾਂ ਦਾ ਪੜ੍ਹਿਆ ਹੋਵੇ ਤੇ ਵੀ ਉਹ ਕਹਿੰਦੇ ਕਿ ਇੱਥੇ ਪਾਰਕਿੰਗ ਨਹੀਂ ਹੈ। ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ, ਕਿਉਂਕਿ ਪਿੱਛੇ ਜਿਹੀ ਹਜੇ ਹੁਣੀ ਮਤਲਬ ਆਪਾਂ ਅਪ੍ਰੈਲ ਮਈ ਦੇ ਵਿੱਚ ਇੱਥੇ ਸਾਰੇ IPL ਦੇ ਮੈਚ ਖੇਡ ਕੇ ਜਦੋਂ ਇੱਕ ਵੀ ਮੈਚ ਇਹ ਜਾਣੀ ਸੀ ਜਿਹੜਾ ਫੁੱਲ ਨਹੀਂ ਗਿਆ, ਤਾਂ ਉਦੋਂ ਵੀ ਤਾਂ ਸਾਰੀਆਂ ਗੱਡੀਆਂ ਖੜੀਆਂ ਹੀ ਨੇ ਨਾ ਕਿਤੇ ਤਾਂ, ਤੇ ਵਰਲਡ ਕੱਪ ਦੇ ਵਿੱਚ ਵੀ ਖੜ ਜਾਣਗੀਆਂ। ਇਸ ਤਰ੍ਹਾਂ ਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਐਡੀਸ਼ਨਲ ਗੱਡੀਆਂ ਆਣਗੀਆਂ ਉਦੋਂ। ਤੇ ਇਹ ਕਹਿਣਾ ਵੀ ਪਾਰਕਿੰਗ ਨਹੀਂ ਹੈ, ਇਹ ਕੋਈ ਜ਼ਿਆਦਾ ਗੱਲ ਬਣਦੀ ਨਹੀਂ। ਫਿਰ ਖਾਸ ਤੌਰ ਤੇ ਹਰਭਜਨ ਸਿੰਘ ਦੀ ਜਿਹੜੀ ਚੁੱਪੀ ਹੈ ਇਹ ਬਹੁਤ ਸਾਲ ਦੀ ਹੈ, ਬਹੁਤ ਜ਼ਿਆਦਾ ਸਾਲ ਦੀ ਹੈ। ਉਹ ਇਸ ਕਰਕੇ ਕਿ ਹਰਭਜਨ ਸਿੰਘ ਸਿੱਧੇ ਤੌਰ ਤੇ ਅੰਤਰਰਾਸ਼ਟਰੀ ਖਿਲਾੜੀ ਅਸੀਂ ਪੰਜਾਬ ਦੀ ਤਰਫ ਤੋਂ ਭੇਜੇ ਸੀ ਰਾਜ ਸਭਾ ਦੇ ਵਿੱਚ ਵੀ ਸਾਡੇ ਪੰਜਾਬ ਦੇ ਜਿਹੜੇ ਹਿੱਤ ਨੇ ਉਹਨਾਂ ਦਾ ਖਿਆਲ ਰੱਖਣਗੇ। ਕਿਤੇ ਵੀ ਸਾਡੇ ਨਾਲ ਕਿਤੇ ਕੋਈ 19-21 ਹੁੰਦੀ ਹੈ ਉੱਥੇ ਡਟ ਕੇ ਖੜਨਗੇ, ਲੈ ਕੇ ਆ ਸਕਣ ਨਾ ਆ ਸਕਣ ਇਹ ਵੱਖਰਾ ਇਸ਼ੂ ਹੋਊਗਾ,
ਪਰ ਆਵਾਜ਼ ਤਾਂ ਚੱਕਣਗੇ ਨਾ। ਮੈਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਉਹਨਾਂ ਨੇ ਆਵਾਜ਼ ਤੱਕ ਨਹੀਂ ਚੱਕੀ ਵੀ ਯਾਰ ਪੰਜਾਬ ਦਾ ਜਿਹੜਾ ਮੇਰਾ ਹੋਮ ਟਾਊਨ ਹੈ, ਤੁਸੀਂ ਉਹਨੂੰ ਇੱਕ ਵੀ ਮੈਚ ਨਹੀਂ ਦਿੱਤਾ। ਇਹ ਬਹੁਤ ਵੱਡੀ ਗੱਲ ਹੈ। ਕਿਉਂ ਦੇਖੋ, ਅਸੀਂ ਇਸ ਤੋਂ ਅੰਦਾਜ਼ਾ ਲਗਾਇਆ ਜਾਏ ਕਿ ਅਨੁਰਾਗ ਠਾਕੁਰ ਨੇ ਹਿਮਾਚਲ ਵਾਲੇ, ਉਹ 5 ਮੈਚ ਲੈ ਗਏ ਧਰਮਸ਼ਾਲਾ ਵਾਸਤੇ, ਤਾਂ ਕੀ ਸਾਡੇ ਵਾਲੇ ਕਿਸੇ ਵੀ ਬੰਦੇ ਨੇ ਕੋਈ ਮਿਹਨਤ ਨਹੀਂ ਕੀਤੀ ਇਸ ਤੇ ਵੀ ਅਸੀਂ ਵੀ ਲੈ ਕੇ ਜਾ ਸਕੀਏ? ਇਹ ਮੈਨੂੰ ਇੱਕ ਨਾ ਅਸਲ ਚ ਰੰਧਾਵਾ ਸਾਹਿਬ ਦਿੱਕਤ ਇਹ ਹੈਗੀ ਹੈ ਕਿ ਜਦੋਂ ਅਸੀਂ ਕਿਸੇ ਵੀ ਪਰਸਨੈਲਿਟੀ ਨੂੰ ਕਿਸੇ ਅਹੁਦੇ ਤੇ ਬਿਠਾਉਂਦੇ ਆ ਨਾ, ਉਹਦਾ ਜਿਹੜਾ ਕੱਦ ਹੈ ਉਹ ਬਹੁਤ ਇੰਪੋਰਟੈਂਟ ਹੈ। ਦੇਖੋ, ਇਸ ਤੇ ਕਈ IAS ਬਿੰਦਰਾ ਵਰਗੇ ਜਿਨ੍ਹਾਂ ਦੇ ਨਾਂ ਤੇ ਸਟੇਡੀਅਮ ਹੈ, ਉਦਾਂ ਵਰਗੇ ਬਹੁਤ ਸੀਨੀਅਰ ਬਿਊਰੋਕਰੈਟ ਰਹੇ ਨੇ ਤੇ ਜਿਨ੍ਹਾਂ ਦਾ ਪੂਰੇ ਕੰਟਰੀ ਚ ਦਬਦਬਾ ਸੀ। ਔਰ ਫਿਰ ਉਸ ਤੋਂ ਬਾਅਦ ਰਜਿੰਦਰ ਗੁਪਤਾ ਵਰਗੇ ਰਹੇ ਨੇ ਜਿਹੜੇ ਨਾਮੀ ਇੰਡਸਟਰੀਅਲਿਸਟ ਨੇ ਇਸ ਕੰਟਰੀ ਦੇ। ਜਦੋਂ ਇਸ ਤਰ੍ਹਾਂ ਦੇ ਨਾਮੀ ਬੰਦੇ ਹੋਣ, ਉਸ ਤੋਂ ਬਾਅਦ ਤੁਸੀਂ ਇੱਕ ਅਮਰਜੀਤ ਮਹਿਤਾ ਜਿਹੜੇ ਬਹੁਤ ਮਤਲਬ ਕੋਈ ਜਿਨ੍ਹਾਂ ਦਾ ਕੋਈ ਨਾਂ ਨਹੀਂ ਆ, ਉਹਨਾਂ ਨੂੰ ਇਹ ਐਡੀ ਵੱਡੀ ਪੋਸਟ ਦੇਤੀ ਹੋਵੇ, ਤਾਂ ਫਿਰ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜਾ ਕਿ ਸਾਡਾ ਦਬਾਅ ਹੁੰਦਾ ਨਾ ਕਿਸੇ ਵੀ ਸਟੇਟ ਦਾ ਜ਼ਿਆਦਾ ਤੋਂ ਜ਼ਿਆਦਾ ਮੈਚ ਲੈਣ ਦਾ, ਉਹ ਮੈਨੂੰ ਲੱਗਦਾ ਕਿ ਸਾਡਾ ਬਿਲਕੁਲ ਹੀ ਘਟ ਜਾਂਦਾ। ਅਸੀਂ ਜ਼ਿਆਦਾ ਖੇਲ ਨਹੀਂ ਪਾਉਂਦੇ। ਠੀਕ ਹੈ ਕਿ ਮੀਤ ਹੇਅਰ ਲਗਾਤਾਰ ਪ੍ਰਯਾਸ ਕਰ ਰਹੇ ਆ, ਜਿਹੜੇ ਸਾਡੇ ਖੇਡ ਮੰਤਰੀ ਹੈਗੇ ਆ, ਉਹਨਾਂ ਨੇ 2-3 ਚਿੱਠੀਆਂ ਵੀ ਲਿਖੀਆਂ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਕੱਲੀਆਂ ਚਿੱਠੀਆਂ ਲਿਖਣ ਨਾਲ ਕੋਈ ਗੱਲ ਬਣਨੀ ਹੈ। ਪ੍ਰਯਾਸ ਕਿਸੇ ਹੋਰ ਲੈਵਲ ਤੇ ਵੀ ਹੋਣਗੇ। ਹੁਣ ਜਦੋਂ ਕਿ 20 ਜੁਲਾਈ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ, ਤਾਂ ਮੈਨੂੰ ਲੱਗਦਾ ਕਿ ਇਸ ਸੈਸ਼ਨ ਦੇ ਵਿੱਚ ਘੱਟੋ ਘੱਟ ਹਰਭਜਨ ਸਿੰਘ ਨੂੰ ਇਹ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ, ਔਰ ਜ਼ੋਰ ਨਾਲ ਉਠਾਉਣੀ ਚਾਹੀਦੀ ਹੈ। ਉਹਨਾਂ ਨੂੰ ਪਤਾ ਇਹ ਗੱਲ ਲਿਆ ਕੇ ਆਣੀ ਚਾਹੀਦੀ ਹੈ ਵੀ ਸਾਨੂੰ ਕਿਉਂ ਇਗਨੋਰ ਕੀਤਾ ਗਿਆ, ਤਾਂ ਕਿ ਕੰਟਰੀ ਨੂੰ ਵੀ ਪਤਾ ਲੱਗੇ ਵੀ ਜਿਹੜਾ ਸਟੇਡੀਅਮ ਪੂਰੀ ਦੁਨੀਆ ਦੇ ਬਹੁਤ ਸੋਹਣੇ ਸਟੇਡੀਅਮਾਂ ਚੋਂ ਇੱਕ ਹੈ, ਉਹਨੂੰ ਤੁਸੀਂ ਇੱਕ ਵੀ ਮੈਚ ਨਹੀਂ ਦਿੱਤਾ ਉਹ ਵੀ ਵਰਲਡ ਕੱਪ ਵਰਗੇ ਟੂਰਨਾਮੈਂਟ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰ ਬਹੁਤੀ ਵਾਰੀ ਫੋਟੋਸ਼ੂਟ ਕਰਵਾਉਣ 'ਚ ਵਿਅਸਤ ਰਹਿੰਦੇ ਆ। ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਦਾ ਜੇ ਅਹਿਸਾਸ ਹੋਵੇ ਤਾਂ ਪੰਜਾਬ ਨੂੰ ਇਸ ਤਰ੍ਹਾਂ ਦੀ ਜ਼ਿਲਤ ਬੇਇੱਜ਼ਤੀ ਦਾ ਸਾਹਮਣਾ ਨਾ ਕਰਨਾ ਪਵੇ। ਵੈਸੇ ਮੈਂ ਸਿੰਪਲ ਇੰਦਰਪ੍ਰੀਤ ਜੀ ਬਹੁਤ ਥੋੜੇ ਸ਼ਬਦਾਂ 'ਚੋਂ ਤੁਹਾਡੇ 'ਚ ਲੈਣਾ ਕਿ BBMP ਦੇ ਵਿੱਚ ਜਿਹੜੇ ਹੁਣ ਐਡੀਸ਼ਨਲ ਚਾਰਜ ਇਹਨਾਂ ਨੂੰ ਨੰਦ ਲਾਲ ਸ਼ਰਮਾ ਦਿੱਤਾ, ਹੋ ਸਕਦਾ ਇਹ ਤਾਂ ਕੋਈ ਮਹੀਨਾ 2 ਮਹੀਨੇ 3 ਮਹੀਨੇ ਦੀ ਗੇਮ ਹੋਵੇ, ਪਰ BBMP ਦੇ ਵਿੱਚ ਪੰਜਾਬ ਦਾ ਵੀ ਇੱਕ ਚਿਹਰਾ ਅੱਗੇ ਵੱਧਦਾ ਨਜ਼ਰ ਆ ਰਿਹਾ, ਜਿਹਦੀ ਰਿਕਮੈਂਡੇਸ਼ਨ ਹੋਈ ਆ ਜਾਂ ਚੇਅਰਮੈਨ ਵਜੋਂ ਜਿਨ੍ਹਾਂ ਦੇ ਨਾਂ ਅੱਗੇ ਗਏ ਆ। ਥੋੜੀ ਜਿਹੀ ਇਹਦੇ ਨਾਲ ਵੀ ਸਾਂਝ ਪਵਾ ਦਿਓ, ਕਿਉਂਕਿ BBMP ਦੇ ਉੱਤੇ ਕਲੇਮ ਹਿਮਾਚਲ ਵੱਡਾ ਰੱਖੀ ਫਿਰ ਰਿਹਾ। ਰੰਧਾਵਾ ਸਾਹਿਬ, ਜਿਹੜਾ BBMP ਦਾ ਅਹੁਦਾ ਪਿਛਲੇ ਕਾਫੀ ਟਾਈਮ ਤੋਂ ਹੁਣ ਖਾਲੀ ਪਿਆ, ਚੇਅਰਮੈਨ ਹੈ ਨਹੀਂ ਹੈ, ਉਹਦੇ ਲਈ ਨੰਦ ਲਾਲ ਸ਼ਰਮਾ ਜਿਹੜੇ ਹੈਗੇ ਨੇ, ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ 3 ਮਹੀਨੇ ਵਾਸਤੇ, ਕਿਉਂਕਿ ਇਹਦੀ ਜਿਹੜੀ ਆਵੇਦਨ ਸੀ ਉਹ ਮੰਗੇ ਹੋਏ ਨੇ, ਬਹੁਤ ਲੰਬੇ ਟਾਈਮ ਤੋਂ ਐਪਲੀਕੇਸ਼ਨਸ ਆਈਆਂ ਹੋਈਆਂ ਨੇ, ਤੇ ਉਸ 'ਚ ਪੰਜਾਬ ਦੇ ਹਰਿੰਦਰਪਾਲ ਸਿੰਘ ਬੇਦੀ ਜਿਹੜੇ ਹੈਗੇ ਆ, ਉਹ ਮੈਨੂੰ ਦੱਸਿਆ ਗਿਆ ਕਿ ਕਾਫੀ ਟੌਪ ਤੇ ਹੈ, ਕਿਉਂਕਿ ਇਸ ਟਾਈਮ ਸਿਰਫ 2 ਹੀ ਨਾਮ ਗਏ ਨੇ ਪ੍ਰਧਾਨ ਮੰਤਰੀ ਕੋਲੋਂ। ਜਿਹੜੀ 30 ਜਣਿਆਂ ਨੇ ਅਪਲਾਈ ਕੀਤਾ ਸੀ, 30 ਜਣੇ ਸ਼ਾਰਟਲਿਸਟ ਹੋਏ ਸੀ, ਉਸ ਤੋਂ ਬਾਅਦ ਫਿਰ 15 ਤੋਂ ਬਾਅਦ 3 ਤੋਂ ਬਾਅਦ 2, ਹੁਣ ਮਤਲਬ 2 ਦੇ ਉੱਤੇ ਗੱਲ ਕਰੀਏ ਜਿਹੜੀ ਪ੍ਰਾਈਮ ਮਿਨਿਸਟਰ ਕੋਲ ਗਈ ਹੈ, ਜਾਂ ਇਹ ਕਹਿ ਲਈਏ ਵੀ ਜਿਹੜੀ ਕੈਬਨਿਟ ਕਮੇਟੀ ਫॉर ਅਪਾਇੰਟਮੈਂਟਸ ਹੁੰਦੀ ਹੈ, ਉਹਦੇ ਕੋਲ ਜਿਹੜੇ 2 ਨਾਂ ਗਏ ਨੇ, ਉਹਨਾਂ ਚੋਂ ਹਰਿੰਦਰਪਾਲ ਸਿੰਘ ਬੇਦੀ ਤੇ ਮਨੋਜ ਤਿਵਾਰੀ 2 ਨੇ ਜਿਹੜੇ ਇਸ ਲਈ ਚੇਅਰਮੈਨਸ਼ਿਪ ਲਈ ਦਾਅਵੇਦਾਰੀ ਕਰ ਰਹੇ ਨੇ। ਉਹਨਾਂ ਵਿੱਚ ਕਿਉਂਕਿ ਮੈਂ ਇਸ ਕਰਕੇ ਇਹ BBMP ਜਿਹੜਾ ਹੈਗਾ ਉਹ ਡੈਮਾਂ ਦਾ ਡੈਮ ਹੈ, ਇਸ ਕਰਕੇ ਉੱਥੇ ਡੈਮ ਦੇ ਉੱਤੇ ਕੰਮ ਕਰਨ ਵਾਲੇ ਬੰਦੇ ਜਿਹੜੇ ਹੈਗੇ ਨੇ, ਉਹਨਾਂ ਦੀ ਮੈਨੂੰ ਲੱਗਦਾ ਕਿ ਜ਼ਿਆਦਾ ਪ੍ਰਮੁਖਤਾ ਹੋਊਗੀ। ਇਸ ਕਰਕੇ ਜਿਹੜੇ ਹਰਿੰਦਰਪਾਲ ਸਿੰਘ ਬੇਦੀ ਦਾ ਜੋ ਮੈਂ ਬਾਰ-ਬਾਰ ਕਹਿ ਰਿਹਾ ਕਿ ਵੀ ਉਹ ਫਰੰਟ ਰਨਰ ਨੇ, ਉਹ ਮੈਂ ਇਸ ਪੱਖੋਂ ਕਹਿ ਰਿਹਾ, ਕਿਉਂਕਿ ਜਿਹੜੇ ਮਨੋਜ ਤਿਵਾੜੀ ਨੇ ਉਹ ਜਿਹੜੇ ਹੈਗੇ ਆ ਉਹ ਇਲੈਕਟ੍ਰੀਕਲ ਸਾਈਡ ਤੋਂ ਨੇ, ਤੇ ਬਹੁਤ ਖੁਸ਼ੀ ਦੀ ਗੱਲ ਹੈ ਜੇ ਕਿਤੇ ਸਾਨੂੰ ਇਹ ਮਿਲਦੀ ਹੈ, ਤਾਂ ਮੈਨੂੰ ਲੱਗਦਾ ਕਿ ਬਹੁਤ ਲੰਬੇ ਟਾਈਮ ਬਾਅਦ ਸ਼ਾਇਦ ਕੋਈ ਪੰਜਾਬ ਦਾ ਚੇਅਰਮੈਨ ਇਸ ਪੋਸਟ ਤੇ ਬੈਠੂਗਾ। ਇਹ 'ਚ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਇਹਦੇ 'ਚ ਮੈਂ ਰੰਧਾਵਾ ਸਾਹਿਬ, ਜਿਹੜੀ ਤੁਸੀਂ ਪਹਿਲੀ ਵਾਲੀ ਖਬਰ 'ਚ ਲਿੱਤੀ ਸੀ ਵੀ SYL ਦਾ ਪਾਣੀ, ਇਹ ਇਸ਼ੂ ਕਿਤੇ ਆਇਆ ਸੀ, ਸ਼ਾਇਦ ਭਾਸਕਰ ਸਾਹਿਬ ਨੇ ਚੁੱਕਿਆ ਸੀਗਾ ਕਿ ਜਦੋਂ ਉਹਦੀ ਗੱਲ ਹੋਊਗੀ ਤਾਂ ਪੰਜਾਬ ਦਾ ਕੀ ਸਟੈਂਡ ਹੋਊਗਾ, ਭਗਵੰਤ ਮਾਨ ਕੀ ਬੋਲਣਗੇ। ਇਹ ਮੈਂ ਗੱਲ ਤੁਹਾਡੀ ਸੁਣ ਰਿਹਾ ਸੀ ਡਿਬੇਟ 'ਚ, ਮੈਂ ਇਹਦੇ ਨਾਲ ਉਹਨੂੰ ਥੋੜਾ ਜਿਹਾ ਜੋੜਨਾ ਚਾਹੁੰਦਾ ਕਿ ਇਹਨਾਂ ਨੇ ਜਿਹੜਾ ਹਰਿੰਦਰਪਾਲ ਸਿੰਘ ਬੇਦੀ ਹੋਰਾਂ ਨੇ ਜਿਹੜਾ ਆਪਣਾ ਡਾਕੂਮੈਂਟ ਦਿੱਤਾ, ਵਿਜ਼ਨ ਡਾਕੂਮੈਂਟ ਜਿਹੜਾ ਦੇਣਾ ਹੁੰਦਾ ਨਾ ਕਿਸੇ ਵੀ ਪੋਸਟ ਵਾਸਤੇ ਕਿ ਮੈਂ ਕਰੂੰਗਾ ਕੀ ਇੱਥੇ ਆ ਕੇ, ਉਹ ਬਹੁਤ ਸ਼ਾਨਦਾਰ ਹੈ। ਉਹਨਾਂ ਨੇ ਕਿਹਾ ਕਿ ਚਨਾਬ ਨਦੀ ਤੋਂ ਜਿਹੜਾ ਚਨਾਬ ਨਦੀ ਸਾਡੇ ਜੰਮੂ ਕਸ਼ਮੀਰ 'ਚ ਹੈ, ਉੱਥੇ ਅਸੀਂ 4 ਟਨਲਸ ਪਾ ਕੇ ਪਾਣੀ ਜਿਹੜਾ ਹੈਗਾ ਉਹ ਰਾਵੀ ਦਰਿਆ ਦੇ ਵਿੱਚ ਲਿਆ ਸਕਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ
ਅਗਰ ਪਾਣੀ ਜੇ ਤਾਂ ਦੇਖੋ ਦਿੱਕਤ ਕੱਲੀ ਇੱਕ ਅਧਿਕਾਰ ਦੀ ਹੈ, ਜਾਂ ਕਿ ਮੈਂ ਕਹਾਂ ਅਧਿਕਾਰ ਦੀ ਹੈ ਵੀ ਪਾਣੀ ਦੇ ਉੱਤੇ ਅਧਿਕਾਰ ਕਿਹਦਾ ਹੈ, ਫਿਰ ਤਾਂ ਡਿਬੇਟ ਕਿਸੇ ਹੋਰ ਜਗ੍ਹਾ ਤੇ ਚਲੀ ਜਾਊਗੀ। ਪਰ ਮੈਂ ਜੇ ਕਹਾਂ ਕਿ ਜ਼ਰੂਰਤ ਸਾਡੀ ਪਾਣੀ ਦੀ ਹੈ, ਅਸੀਂ ਪਾਣੀ ਲਈ ਲੜ ਰਹੇ ਹਾਂ ਸਾਰੇ, ਤਾਂ ਜੇ ਪਾਣੀ ਸਾਨੂੰ ਕਿਤੋਂ ਹੋਰ ਮਿਲ ਜਾਂਦਾ ਹੈ ਤਾਂ ਅਸੀਂ SYL ਦੇ ਥਰੂ ਕਿਤੇ ਕਿਸੇ ਹੋਰ ਨੂੰ ਦੇ ਦਈਏ, ਤਾਂ ਇਹ ਵੀ ਚੀਜ਼ਾਂ ਮੈਨੂੰ ਲੱਗਦਾ ਹੈ ਚੱਲ ਜਾਣੀਆਂ ਚਾਹੀਦੀਆਂ ਨੇ ਔਰ ਚੱਲਣੀਆਂ ਚਾਹੀਦੀਆਂ ਨੇ ਅੱਗੇ, ਕਿਉਂਕਿ ਕੰਟਰੀ ਤਾਂ ਐਟਲੀਸਟ ਇੱਕੋ ਹੀ ਹੈ। ਸਾਡੀ ਡਿਮਾਂਡ ਪੰਜਾਬ ਦੀ ਪੂਰੀ ਹੋਏ, ਉਸ ਤੋਂ ਬਾਅਦ ਜੇ ਕੋਈ ਬਚਦਾ ਤਾਂ ਕਿਤੇ ਹੋਰ ਦੇ ਦਿਓ। ਇਹ ਇੱਕ ਉਹਨਾਂ ਨੇ ਡਾਕੂਮੈਂਟ ਵਿਜ਼ਨ ਦਿੱਤਾ, ਉਹਦੇ ਵਿੱਚ ਕਿ ਚਨਾਬ ਦਾ ਪਾਣੀ ਜਿਹੜਾ ਜ਼ਿਆਦਾਤਰ ਪਾਕਿਸਤਾਨ ਜਿਹੜਾ ਹੈਗਾ ਉਹ ਸਮੁੰਦਰ 'ਚ ਹੀ ਛੱਡ ਦਿੰਦਾ, ਉਹ ਨਹੀਂ ਯੂਜ਼ ਕਰਦਾ। ਅਸੀਂ ਉਹ ਪਾਣੀ ਜਿਹੜਾ ਹੈਗਾ 4 ਟਨਲਸ ਬਣਾ ਕੇ ਇੱਥੇ ਲਿਆ ਸਕਦੇ ਹਾਂ। ਜੇ ਇਸ ਤਰ੍ਹਾਂ ਦਾ ਕੋਈ ਮਤਲਬ ਡਾਕੂਮੈਂਟ ਸਿਰੇ ਚੜ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਹ ਪਾਣੀ ਦੇ ਲਈ ਜਿਹੜੀਆਂ ਸਟੇਟਾਂ ਲੜ ਰਹੀਆਂ ਨੇ ਉਹਨਾਂ ਦੇ ਹੱਲ ਵੀ ਨਿਕਲ ਸਕਦੇ। ਭਾਸਕਰ ਸਭ ਕੁਝ ਕਹਿਣਾ ਚਾਹ ਰਹੇ। ਹਾਂਜੀ ਭਾਸਕਰ ਸਾਹਿਬ। ਮੈਂ ਸਭ ਤੋਂ ਪਹਿਲੇ ਤੇ ਜਿਹੜਾ ਮੋਹਾਲੀ ਸਟੇਡੀਅਮ ਦੀ ਗੱਲ ਔਰ ਹਰਭਜਨ ਸਿੰਘ ਜੀ ਦੀ ਗੱਲ ਇੰਦਰਪ੍ਰੀਤ ਉਹਨਾਂ ਨੇ ਕੀਤੀ ਹੈ। ਹਰਭਜਨ ਸਿੰਘ ਉਹਨਾਂ ਕਦੀ ਵੀ BCCI ਦੇ ਨਾਲ ਪੰਗਾ ਨਹੀਂ ਲੈਂਦੇ। ਹੁਣ ਇਹ ਮੁੱਦਾ ਭਾਵੇਂ ਮੋਹਾਲੀ ਨੂੰ ਮੈਚ ਨਾ ਮਿਲਣ ਦਾ ਹੋਏ, ਪਰ ਪੰਗਾ ਤੇ ਲੈਣਾ ਪੈਣਾ BCCI ਤੋਂ। ਔਰ BCCI ਦੇ ਵਿੱਚ ਹਰਭਜਨ ਸਿੰਘ ਉਹਨਾਂ ਦਾ ਅੱਗੇ ਚੱਲ ਕੇ ਵੀ ਅੱਜ ਦੀ ਡੇਟ ਵਿੱਚ ਬਤੌਰ ਕਮੈਂਟੇਟਰ ਕਹੀਏ ਜਾਂ ਹੋਰ ਬਹੁਤ ਸਾਰੇ ਮੁੱਦੇ ਹੁੰਦੇ ਨੇ ਜਿਹਦੇ ਰਾਹੀਂ ਉਹ ਸਿੱਧਾ ਜੁੜੇ ਹੋਏ ਨੇ BCCI ਦੇ। ਹੁਣ ਇਹ ਰਾਜ ਸਭਾ ਦੇ ਵਿੱਚ ਕਿਉਂਕਿ ਸੈਸ਼ਨ ਆ ਰਿਹਾ, ਉਹਦੇ ਵਿੱਚ ਕੋਈ ਗੱਲ ਕਰਦੇ ਨੇ। ਔਰ ਉਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਉਹ ਵੀ ਕ੍ਰਿਕਟ ਦੇ ਨਾਲ ਸਿੱਧਾ ਸੰਬੰਧ ਰੱਖਦੇ ਨੇ, ਉਹਨਾਂ ਨੇ ਵੀ ਕੁਝ ਨਹੀਂ ਕਿਹਾ ਇਸ ਮੁੱਦੇ ਦੇ ਉੱਤੇ ਕਿ ਮੁਹਾਲੀ ਦੇ ਵਿੱਚ ਮੈਚ ਕਿਉਂ ਨਹੀਂ। ਭਾਵੇਂ ਕਿਉਂਕਿ ਜਦ ਇਹਨਾਂ ਕ੍ਰਿਕਟਰਸ ਦੇ ਫਾਰਮਰ ਕ੍ਰਿਕਟਰਸ ਦੇ ਇੰਟਰਸਟ ਹੁੰਦੇ ਨੇ ਤੇ ਇਹ ਚੁੱਪੀ ਧਾਰ ਲੈਂਦੇ ਹੁੰਦੇ, ਇਹ ਕੋਈ ਨਵੀਂ ਗੱਲ ਨਹੀਂ ਹੈ, ਅਕਸਰ ਐਦਾਂ ਦਾ ਹੁੰਦਾ ਹੈ। ਹੁਣ ਗੱਲ ਕਰੀਏ ਹਿਮਾਚਲ ਦੇ ਉਸ ਸਬ ਪੈਨਲ ਦੀ, ਹਿਮਾਚਲ ਨੇ ਉਹ ਕਾਰਵਾਈ ਅੱਗੇ ਸ਼ੁਰੂ ਕੀਤੀ ਹੈ, ਭਾਵੇਂ 7.19% ਚੰਡੀਗੜ੍ਹ ਤੋਂ ਹਿੱਸਾ ਲੈਣਾ ਹੋਏ, BBM ਤੋਂ ਰਾਇਲਟੀ ਲੈਣੀ ਹੋਏ, ਇਹਨਾਂ ਸਾਰੀ ਗੱਲਾਂ ਦੇ ਉੱਤੇ ਉਹ ਅੱਗੇ ਵੱਧਦੇ ਨਜ਼ਰ ਆਉਂਦੇ ਨੇ। ਔਰ ਦੂਜੇ ਪਾਸੇ ਪੰਜਾਬ ਦਾ ਸਟੈਂਡ ਹਮੇਸ਼ਾ ਤੋਂ ਹੀ ਰਿਹਾ ਹੈ ਕਿ ਚੰਡੀਗੜ੍ਹ ਦੇ ਉੱਤੇ ਸਾਡਾ ਕਲੇਮ ਹੈ। ਉਸ ਕਲੇਮ ਨੂੰ ਕਲੇਮ ਕਦੋਂ ਕਰੋਗੇ? ਉਸ ਕਲੇਮ ਨੂੰ ਅੱਗੇ ਕਦੋਂ ਵਧਾਓਗੇ? ਕੋਈ ਤੁਸੀਂ ਸਬ ਕਮੇਟੀ ਬਣਾਈ, ਕੋਈ ਕਿਸੇ ਵੀ ਤਰੀਕੇ ਦੀ ਕਮੇਟੀ ਦੇ ਰਹੀ ਚੰਡੀਗੜ੍ਹ ਦੇ ਉੱਤੇ ਆਪਣਾ ਕਲੇਮ ਇੱਕ ਤਰੀਕੇ ਨਾਲ ਫੁਲਫਿਲ ਕਰਨ ਵਾਸਤੇ ਜਾਂ ਕਲੇਮ ਨੂੰ ਕਲੇਮ ਕਰਨ ਵਾਸਤੇ ਕੋਈ ਐਕਟੀਵਿਟੀ ਹਜੇ ਤੱਕ ਨਹੀਂ ਹੋਈ। ਬਹੁਤ ਸਾਰੇ ਮੌਕੇ ਆਏ ਜਦ ਪੰਜਾਬ ਦੇ ਵਿੱਚ ਵੀ ਸੇਮ ਪਾਰਟੀ ਦੀ ਸਰਕਾਰ ਸੀ ਔਰ ਕੇਂਦਰ ਦੇ ਵਿੱਚ ਵੀ ਸੇਮ ਪਾਰਟੀ ਦੀ ਸਰਕਾਰ ਸੀ, ਔਰ ਐਦਾਂ ਦੇ ਵੀ ਮੌਕੇ ਆਏ ਜਦ ਹਿਮਾਚਲ, ਪੰਜਾਬ ਜਾਂ ਹਰਿਆਣਾ, ਪੰਜਾਬ ਤੇ ਕੇਂਦਰ ਤਿੰਨਾਂ ਦੇ ਵਿੱਚ ਇੱਕ ਪੋਲੀਟੀਕਲ ਪਾਰਟੀ ਦੀ ਸਰਕਾਰ ਸੀ, ਤਦ ਇਹਨਾਂ ਇਸ਼ੂਜ਼ ਦੇ ਉੱਤੇ ਕਦੀ ਕੋਈ ਬਹਿਸ ਹੀ ਨਹੀਂ ਹੋਈ ਔਰ ਇਹਨਾਂ ਮੁੱਦਿਆਂ ਨੂੰ ਕਦੀ ਅੱਗੇ ਵਧਾਇਆ ਹੀ ਨਹੀਂ ਗਿਆ। ਵਧਾਇਆ ਹੀ ਚੱਲ ਜਾਂਦਾ ਹੈ ਜਦ ਪੰਜਾਬ ਦੇ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਹੈ, ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਦੂਜੇ ਪਾਸੇ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ। ਇਹਨਾਂ ਮੁੱਦਿਆਂ ਦੇ ਉੱਤੇ ਪੋਲੀਟੀਕਲ ਲੜਾਈ ਅੱਗੇ ਵਧੇ, ਇਸ ਕਰਕੇ ਇਹਨਾਂ ਮੁੱਦਿਆਂ ਨੂੰ ਉਸ ਟਾਈਮ ਹੀ ਉਛਾਲਿਆ ਜਾਂਦਾ ਹੈ। ਇਹ ਸਾਰੀ ਗੱਲ ਤਿੰਨੋਂ ਸੂਬਿਆਂ ਦੀ ਰਾਜਨੀਤੀ ਦੇ ਵਿੱਚ ਕਾਮਨ ਹੈਗੀ ਹੈ ਕਿ ਕਦੋਂ ਇਹਨਾਂ ਮੁੱਦਿਆਂ ਨੂੰ ਉੱਤੇ ਉਛਾਲਣਾ ਤੇ ਕਦੋਂ ਐਦਾਂ ਦੇ ਮੁੱਦਿਆਂ ਨੂੰ ਗੜ ਕੇ ਰੱਖਣਾ ਹੈ। ਇਹ ਸਿਰਫ ਇੱਕ ਪੋਲੀਟੀਕਲ ਕਨਵੀਨੀਅੰਸ ਦੀ ਗੱਲ ਹੈਗੀ। ਭਾਸਕਰ ਸਾਹਿਬ, ਲੱਗਦੇ ਹੱਥ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਤਿਆਰੀ ਚੱਲ ਰਹੀ ਆ ਉਹਦੇ ਨਾਲ ਵੀ ਸਾਂਝ ਪਵਾ ਦਿਓ। ਭਾਜਪਾ ਨੂੰ 2024 ਦਾ ਫਿਕਰ ਹੈ। ਇਹ ਫਿਕਰ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈ, ਖਾਸ ਕਰਕੇ ਤਦ ਜਦ ਵਿਰੋਧੀ ਪਾਰਟੀਆਂ ਜੂਨ 23 ਦੀ ਮੀਟਿੰਗ ਦੇ ਵਿੱਚ ਇੱਕ ਮੰਚ ਤੇ ਇਕੱਠੀ ਹੁੰਦੀ ਹੈ। ਉਹਨਾਂ ਵਿਰੋਧੀ ਪਾਰਟੀਆਂ ਦੇ ਵਿੱਚ ਵਿਰੋਧਾਭਾਸ ਤੇ ਨਜ਼ਰ ਆਉਂਦੇ ਨੇ, ਪਰ ਫਿਰ ਵੀ 14 ਜੁਲਾਈ ਦੀ ਮੀਟਿੰਗ ਬੈਂਗਲੌਰ ਦੇ ਵਿੱਚ ਰੱਖ ਕੇ ਉਹ ਅੱਗੇ ਵੱਧਦੇ ਨਜ਼ਰ ਆਉਂਦੇ ਨੇ। ਇਹ ਭਾਜਪਾ ਵਾਸਤੇ ਚਿੰਤਾ ਦਾ ਵਿਸ਼ਾ ਹੈ। ਇਹ ਚਿੰਤਾ ਪ੍ਰਧਾਨ ਮੰਤਰੀ ਨਿਵਾਸ ਤੇ ਵੀ ਦੇਖੀ ਗਈ ਜਦ ਰਾਤੀ 2 ਵਜੇ ਤੱਕ ਅਮਿਤ ਸ਼ਾਹ ਹੋਣਾ ਤੇ JP ਨੱਡਾ ਹੋਣਾ ਔਰ BL ਸੰਤੋਸ਼ ਜਿਹੜੇ ਭਾਜਪਾ ਦੇ ਆਰਗੇਨਾਈਜੇਸ਼ਨ ਸੈਕਟਰੀ ਹੈਗੇ ਨੇ, ਉਹ ਇੱਕ ਨਿੱਠ ਕੇ ਮੀਟਿੰਗ ਕਰਦੇ ਨੇ। ਪੂਰੇ ਦੇਸ਼ ਦੇ ਵਾਸਤੇ ਇੱਕ ਸਟ੍ਰੈਟਜੀ ਬਣਾਈ ਜਾਂਦੀ ਹੈ 6, 7, 8 ਦੇਸ਼ ਨੂੰ 3 ਜ਼ੋਨਾਂ 'ਚ ਵੰਡ ਕੇ ਤਿੰਨੋਂ ਜ਼ੋਨਾਂ ਦੀ ਮੀਟਿੰਗ, ਜਿਸ ਤਰ੍ਹਾਂ ਇੱਕ ਦਿਨ ਪੰਜਾਬ ਔਰ ਨਾਰਥ ਏਰੀਆ ਦੇ ਸਾਰੇ ਸੂਬੇ ਹੋਣਗੇ, ਉਹਨਾਂ ਦੇ ਰਿਪਰੈਜ਼ੈਂਟੇਟਿਵ ਹੋਣਗੇ, ਮੁੱਖ ਮੰਤਰੀ ਵੀ ਹੋ ਸਕਦੇ ਨੇ, ਉੱਥੇ ਦੇ ਸਟੇਟ ਪ੍ਰੈਜ਼ੀਡੈਂਟ ਵੀ ਹੋ ਸਕਦੇ ਨੇ। ਇਹਨਾਂ ਸਾਰਿਆਂ ਨਾਲ ਮੀਟਿੰਗ ਕਰਕੇ ਇੱਕ ਰਣਨੀਤੀ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਹਰਿਆਣਾ ਦੇ ਵਿੱਚ ਤੇ ਇਹ ਗੱਲ ਡਿਕਲੇਅਰ ਕਰਤੀ 10 ਲੋਕ ਸਭਾ ਸੀਟ ਹੈਗੀ ਹੈ। 10 ਲੋਕ ਸਭਾ ਸੀਟ ਦੇ ਵਿੱਚ ਜਿਹੜੀ ਰੈਲੀ ਦੇ ਵਿੱਚ ਜਿਹੜੇ ਲੀਡਰ ਦਾ ਜਿੰਨਾ ਕੰਟਰੀਬਿਊਸ਼ਨ ਹੋਏਗਾ ਉਹਦੇ ਹਿਸਾਬ ਨਾਲ ਟਿਕਟਾਂ ਦਾ ਬਟਵਾਰਾ ਹੋਏਗਾ। ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਦੁਬਾਰਾ ਸਾਂਝ ਹੋਏ ਨਾ ਹੋਏ, ਇਹਦੇ ਉੱਤੇ ਗੱਲਾਂ ਚੱਲ ਰਹੀ ਹੈ। ਕੁਝ ਤੇ ਗੱਲਾਂ ਇਹ ਵੀ ਚੱਲ ਰਹੀ ਹੈ ਕਿ ਇਹ ਸਾਂਝ ਸ਼ਾਇਦ ਅੰਦਰ ਖਾਤੇ ਹੋ ਗਈ ਹੈ, ਹੁਣ ਤੇ ਸਿਰਫ ਅਨਾਉਂਸਮੈਂਟ ਕਰਨ ਦੀ ਗੱਲ ਅੱਗੇ ਚੱਲਣੀ ਹੈ। ਔਰ ਅਸ਼ਵਨੀ ਸ਼ਰਮਾ ਹੋਣਾ, ਹਾਲਾਂਕਿ ਅਸ਼ਵਨੀ ਸ਼ਰਮਾ ਉਹਨਾਂ ਨੂੰ ਕੁਝ ਦਿਨ ਪਹਿਲੇ ਇੱਕ ਸਵਾਲ ਇੱਕ ਪੱਤਰਕਾਰ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਵੀ ਕੀ ਲੀਡਰਸ਼ਿਪ ਚੇਂਜ ਹੋਏਗੀ, ਉਹਨਾਂ ਨੇ ਤੇ ਇਸ ਗੱਲ ਤੋਂ ਇਨਕਾਰ ਕੀਤਾ। ਪਰ ਕੇਂਦਰੀ ਲੀਡਰਸ਼ਿਪ BJP ਦੀ ਉਹ ਪੰਜਾਬ ਦੇ ਵਿੱਚ ਵੀ ਇੱਕ ਇਫੈਕਟਿਵ ਲੀਡਰਸ਼ਿਪ ਬਣਾਉਣ ਦੀ ਤਿਆਰੀ ਕਰ ਰਹੀ ਹੈ। ਔਰ 10 ਜੁਲਾਈ ਤੱਕ ਉਮੀਦ ਹੈ ਭਾਜਪਾ ਸਾਰੇ ਪ੍ਰਦੇਸ਼ਾਂ ਦੇ ਵਿੱਚ ਇੱਕ ਵੱਡੀ ਅਨਾਉਂਸਮੈਂਟ ਕਰ ਸਕਦੀ ਹੈ। ਔਰ ਸਾਰੇ ਦੇ ਸਾਰੇ ਕੁਝ ਕੇਂਦਰੀ ਮੰਤਰੀਆਂ ਨੂੰ ਵੀ ਹਟਾਉਣ ਦੀ ਗੱਲ ਚੱਲ ਰਹੀ ਹੈ।
ਕੇਂਦਰੀ ਮੰਤਰੀਆਂ ਨੂੰ ਸੰਗਠਨ ਦੇ ਵਿੱਚ ਔਰ ਸੰਗਠਨ ਦੇ ਵਿੱਚ ਲੱਗੇ ਹੋਏ ਭਾਜਪਾ ਦੇ ਲੀਡਰਾਂ ਨੂੰ ਉਹਨਾਂ ਨੂੰ ਲਾਇਆ ਜਾ ਰਿਹਾ ਕੇਂਦਰੀ ਬਤੌਰ ਕੈਬਨਿਟ ਦੇ ਵਿੱਚ। ਕੈਬਨਿਟ ਰੀਸ਼ਫਲ 2-4 ਦਿਨਾਂ ਦੇ ਵਿੱਚ ਵੀ ਹੋ ਸਕਦਾ ਹੈ, ਇਹਦੀ ਵੀ ਇੱਕ ਕਨਸੋਲ ਲੱਗੀ ਹੈ। ਪਰ ਹਾਂ, ਭਾਜਪਾ ਵਾਸਤੇ 2024 ਦਾ ਫਿਕਰ ਜ਼ਰੂਰ ਹੈ, ਔਰ ਫਿਕਰ ਇਸ ਕਰਕੇ ਵੀ ਹੈ ਕਿ तमाम ਸਰਵੇ ਦੇ ਵਿੱਚ ਭਾਜਪਾ ਜੇ 220 230 ਤੇ ਵੀ ਅਟਕ ਜਾਂਦੀ ਹੈ ਤੇ ਹੋਰ ਅਲਾਈਅੰਸ ਪਾਰਟਨਰ ਨਾਲ ਜੋੜ ਕੇ ਸਰਕਾਰ ਬਣਾਉਣਾ ਉਹ ਵੀ ਪੰਜਾਬ ਭਾਜਪਾ ਵਾਸਤੇ ਮੁਸ਼ਕਿਲ ਹੋ ਸਕਦਾ ਹੈ। ਇਹਦੀ ਪੂਰੀ ਕਵਾਇਦ, ਪੂਰੀ ਰਣਨੀਤੀ, ਪੂਰੀ ਇੱਕ ਤਰੀਕੇ ਨਾਲ ਬਲੂਪ੍ਰਿੰਟ ਉਹ ਤਿਆਰ ਕਰਨ ਦੀ ਕੋਸ਼ਿਸ਼ ਭਾਜਪਾ ਅੱਜ ਦੀ ਡੇਟ 'ਚ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਨਾਲ ਜਿਸ ਤਰ੍ਹਾਂ ਦੇ ਸਖਤ ਫੈਸਲੇ ਲੈਂਦੀ ਰਹੀ ਆ ਅਤੀਤ ਵਿੱਚ, ਤੇ ਜੇਕਰ ਉਹਨੂੰ ਸਮਰਥਨ ਅੱਗੇ ਜਾ ਕੇ 50 ਸੀਟਾਂ ਦਾ ਵੀ ਚਾਹੀਦਾ ਹੋਊਗਾ ਤਾਂ ਬਹੁਤ ਜਮਾ ਜੋੜ ਕਰਨੇ ਪੈਣੇ ਆ। ਵਾਜਪਾਈ ਸਾਹਿਬ ਦੀ ਪਹਿਲੀ ਸਰਕਾਰ ਚੱਲ ਨਹੀਂ ਸੀ ਸਕੀ, ਸਰਕਾਰ ਬਣਾਉਣ ਤੋਂ ਬਾਅਦ ਛੱਡਣੀ ਪੈ ਗਈ ਸੀਗੀ, ਦੂਜੀ ਸਰਕਾਰ ਵੇਲੇ ਐਫਰਟਸ ਕਰਨੇ ਪੈ ਗਏ ਸੀ। ਸੋ ਇਹ ਚੀਜ਼ਾਂ ਕਾਫੀ ਵੱਖਰੇ ਤਰ੍ਹਾਂ ਨਾਲ ਮੂਵ ਹੁੰਦੀਆਂ ਨੇ। ਪਰ ਹੁਣ ਕਿਉਂਕਿ ਉਹਨਾਂ ਨੇ ਸੱਤਾ ਬੜੀ ਦੇਰ ਤੱਕ ਚਲਾਈ ਹੈ ਤੇ ਦੂਜੀਆਂ ਪਾਰਟੀਆਂ ਦੇ ਵਿੱਚ ਜਿਹੜੇ ਖੇਤਰੀ ਦਲ ਹੁੰਦੇ ਆ ਕਈ ਵਾਰੀ ਉਹ ਸਪੋਰਟ ਲਈ ਆ ਜਾਂਦੇ ਆ ਆਪਣੇ ਖਿੱਤੇ ਨੂੰ ਮਿਲਦੀ ਸਪੋਰਟ ਦੇ ਨਜ਼ਰੀਏ ਤੋਂ ਕਿ ਸਾਡੇ ਖਿੱਤੇ ਨੂੰ, ਸਾਡੀ ਸਟੇਟ ਨੂੰ ਕੀ ਦਿਓਗੇ, ਕਿਉਂਕਿ ਅਜੇ ਵੀ ਕਈ ਸਟੇਟਾਂ ਇਹੋ ਜਿਹੀਆਂ ਨੇ ਜਿਹੜੀਆਂ ਨਰੋਲ ਖੇਤਰੀ ਪੱਧਰ ਤੇ ਆਪਣੇ ਲੋਕਾਂ ਦੀ ਤਰਜਮਾਨੀ ਕਰਦੀਆਂ ਨੇ। ਸਾਡੇ ਵਾਲੇ ਪਾਸੇ ਤਾਂ ਪਰਿਵਾਰਾਂ ਦੇ ਵਿੱਚ ਮਿਨਿਸਟਰਸ਼ਿਪ ਆ ਜੇ ਤਾਂ ਬਹੁਤ ਸਰ ਜਾਂਦਾ। ਇੰਦਰਪ੍ਰੀਤ ਜੀ, ਖਬਰ ਜਿਹੜੀ PSPCL ਨਾਲ ਜੁੜੀ ਆ, 300 ਯੂਨਿਟ ਪੰਜਾਬ ਦੇ ਵਿੱਚ ਮਹੀਨੇ ਦੇ ਮਾਫ ਨੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦਾ ਜਿਹੜਾ ਲੋਡ ਹੈ ਉਹ 7 ਕਿਲੋਵਾਟ ਹੈ ਜਾਂ ਇਸ ਤੋਂ ਘੱਟ ਹੈ। ਤੇ ਖੈਰ ਹੁਣ ਇਹ ਅੰਕੜਾ ਜਿਹੜਾ ਸਾਲ ਬਾਅਦ ਆ ਰਿਹਾ ਕਿ 83% ਲੋਕ ਇਸ ਫੈਸਿਲਿਟੀ ਨੂੰ ਅਵੇਲ ਕਰ ਚੁੱਕੇ ਆ। 83% ਬਹੁਤ ਵੱਡਾ ਅੰਕੜਾ ਹੁੰਦਾ। ਇਹਦਾ ਮਤਲਬ ਉਹਨਾਂ ਦੇ ਬਿੱਲ ਸਰਕਾਰ ਦੇ ਰਹੀ ਹੈ, ਕਾਫੀ ਵੱਡੀ ਅਮਾਊਂਟ ਹੋਊਗੀ। ਸਬਸਿਡੀ ਦਾ ਆਪਾਂ ਜ਼ਿਕਰ ਕਰਦੇ ਰਹੇ ਹਾਂ ਕਿ 20,000 ਕਰੋੜ ਨੂੰ ਟੱਚ ਕਰ ਚੁੱਕੀ ਹੈ ਸਾਰੀਆਂ ਸਬਸਿਡੀਜ਼ ਨੂੰ ਪਾ ਕੇ। ਮੈਨੂੰ ਜ਼ਰੂਰ ਦੱਸੋ ਕਿ ਬਹੁਤ ਸਾਰੇ ਲੋਕਾਂ ਨੇ ਘਰ ਦੇ ਵਿੱਚ ਆਪਣੇ ਮੀਟਰ ਵੀ 2-2 ਕਰਾ ਲਿਆ ਤੇ ਇਹ ਵੀ ਇੱਕ 3 ਲੱਖ ਦਾ ਅੰਕੜਾ ਵਧਿਆ ਹੋਇਆ। ਤੁਸੀਂ ਕਾਫੀ ਅੰਦਰ ਚੁੱਭੀ ਮਾਰੀ ਆ, ਇਹ ਅੰਕੜੇ ਦੱਸੋ ਤਾਂ ਜਰਾ। ਰੰਧਾਵਾ ਸਾਹਿਬ, ਜਿੱਥੇ ਤੱਕ 300 ਯੂਨਿਟ ਫ੍ਰੀ ਬਿਜਲੀ ਦਾ ਸਵਾਲ ਹੈ, ਉਹ ਮੈਨੂੰ ਲੱਗਦਾ ਹੈ ਕਿ ਸਾਨੂੰ ਹੁਣ ਬਹੁਤ ਗਲੇ ਦੀ ਫਾਂਸ ਬਣਦਾ ਜਾ ਰਿਹਾ। ਕਿਉਂਕਿ ਜੇ ਤੁਸੀਂ ਦੇਖੋ ਕਿ ਅਸੀਂ 83% ਲੋਕਾਂ ਨੂੰ ਫ੍ਰੀ ਬਿਜਲੀ ਦੇ ਰਹੇ ਹਾਂ, ਇਹਦਾ ਮਤਲਬ ਇਹ ਹੈ ਕਿ ਪਾਵਰਕਾਮ ਹੁਣ ਪੂਰੀ ਤਰ੍ਹਾਂ ਜਿਹੜੀ ਸਬਸਿਡੀ ਹੈ ਇਹਦੇ ਤੇ ਡਿਪੈਂਡ ਹੋ ਗਿਆ। ਸੌਰੀ, 83% ਤਾਂ ਘਰੇਲੂ ਉਪਭੋਗਤਾ ਨੇ ਜਿਹੜੇ, ਉਹ ਸਮਝ ਲਓ ਸਾਨੂੰ ਦੇ ਨਹੀਂ ਰਹੇ ਬਿੱਲ। ਫਾਰਮਰ ਸਾਨੂੰ ਬਿੱਲ ਨਹੀਂ ਦੇ ਰਹੇ ਕਿਉਂਕਿ ਜਿਹੜੇ ਉਹ ਐਗਰੀਕਲਚਰ ਦੇ 14.5 ਲੱਖ ਦੇ ਕਰੀਬ ਟਿਊਬਵੈੱਲ ਨੇ, ਉਹਨਾਂ ਤੋਂ ਸਾਨੂੰ ਕੁਝ ਨਹੀਂ ਆ ਰਿਹਾ। ਦੂਸਰੇ ਪਾਸੇ ਫਿਰ ਇੰਡਸਟਰੀ ਹੈ, ਇੰਡਸਟਰੀ ਸਾਨੂੰ 5 ਰੁਪਏ ਯੂਨਿਟ ਦੇ ਹਿਸਾਬ ਨਾਲ ਦਿੰਦੀ ਹੈ, ਯਾਨੀ ਕਿ ਉੱਥੇ ਵੀ ਸਬਸਿਡੀ ਹੈ। ਜਿਹੜੀ 83% ਵੀ ਮੈਂ ਜਿਹੜੀ ਗੱਲ ਕੀਤੀ ਹੈ ਉਹਦੇ 'ਚ ਵੀ ਜਿਹੜੇ 17% ਰਹਿ ਗਏ ਉਹਨਾਂ ਨੂੰ ਵੀ 3 ਰੁਪਏ ਦੀ ਸਬਸਿਡੀ ਹੈਗੀ ਹੈ। ਸੋ ਅਸੀਂ ਜੇ ਗੱਲ ਇਹ ਕਹੀਏ ਕਿ 4 ਕਰੋੜ ਲੋਕਾਂ ਨੂੰ ਬਿੱਲ ਜਾਂਦੇ ਹੈ, ਉਹਨਾਂ ਚੋਂ 3.33 ਕਰੋੜ ਲੋਕ ਜਿਹੜੇ ਨੇ ਉਹਨਾਂ ਨੂੰ ਬਿੱਲ ਹੁਣ ਜ਼ੀਰੋ ਜਾ ਰਿਹਾ ਹੈ। ਤਾਂ ਇਹਦਾ ਮਤਲਬ ਇਹ ਹੈਗਾ ਕਿ ਟੋਟਲ ਜਿਹੜਾ ਖਰਚਾ ਪਾਵਰਕਾਮ ਦਾ ਹੈਗਾ, ਚਾਹੇ ਉਹ ਕੋਇਲੇ ਦਾ ਮੰਗਾਉਣ ਹੋਵੇ, ਤਨਖਾਹ ਦੇਣ ਦਾ ਹੋਵੇ ਜਾਂ ਹੋਰ ਜਿੰਨੇ ਵੀ ਖਰਚੇ ਨੇ, ਜਾਂ ਅੱਗੇ ਵਧਾਉਣ ਦਾ ਜਿਹੜਾ ਇਨਫਰਾਸਟ੍ਰਕਚਰ ਵੀ ਵਧਾਉਣ ਦਾ ਗੱਲ ਹੋਵੇ, ਉਹ ਸਾਰੀ ਦੀ ਸਾਰੀ ਇਸ ਗੱਲ ਤੇ ਡਿਪੈਂਡੈਂਟ ਹੈ ਕਿ ਸਰਕਾਰ ਉਹਨਾਂ ਨੂੰ 20,000 ਕਰੋੜ ਰੁਪਏ ਦੀ ਜਿਹੜੀ ਸਬਸਿਡੀ ਦਿੰਦੀ ਹੈ ਉਹ ਇਨ ਟਾਈਮ ਦਿੰਦੀ ਰਹੇ। ਬਹੁਤ ਅੱਛੀ ਗੱਲ ਇਹ ਹੈਗੀ ਹੈ, ਇਹ 'ਚ ਸੁਖਦ ਗੱਲ ਜਿਹਨੂੰ ਮੈਂ ਮੰਨਦਾ ਉਹ ਇਹ ਹੈ ਕਿ 31 ਮਾਰਚ ਤੱਕ ਜਿਹੜਾ ਵੀ ਪਿਛਲਾ ਸਾਲ ਨਿਕਲਿਆ ਉਹਦੇ 'ਚ ਇੱਕ ਵੀ ਪੈਸਾ ਪਾਵਰਕਾਮ ਦਾ ਰੋਕਿਆ ਨਹੀਂ ਗਿਆ। ਸਿਰਫ 9,000 ਕਰੋੜ ਜਿਹੜਾ ਰੋਕਿਆ ਹੋਇਆ ਉਹ ਪਿਛਲੀਆਂ ਸਰਕਾਰਾਂ ਦਾ ਜਿਹੜੀ ਲੈਗੇਸੀ ਹੈ ਉਹੀ ਚੱਲੀ ਆ ਰਹੀ ਹੈ, ਉਹੀ ਰੋਕਿਆ। ਪਰ ਹੁਣ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਵੀ ਸਾਡੀ 18,000 ਕਰੋੜ ਰੁਪਏ ਦੀ ਤਾਂ ਇਹ ਬੋਰਿੰਗ ਲਿਮਿਟ ਘਟਾ ਰਹੇ ਆ, 16,000 ਕਰੋੜ ਰੁਪਏ ਸਾਨੂੰ GST ਮੁਆਵਜ਼ਾ ਵੀ ਨਹੀਂ ਮਿਲਿਆ, 5,000 ਕਰੋੜ ਰੁਪਏ ਦੇ ਅਸੀਂ GST ਮੁਆਵਜ਼ੇ ਦੇ ਜਿਹੜੇ ਪਿਛਲੇ ਬਿੱਲ ਹੈ ਉਹ ਵੀ ਲਟਕੇ ਹੋਏ ਆ, 600 ਕਰੋੜ ਰੁਪਏ ਦੀ ਸਾਨੂੰ NHM ਨਹੀਂ ਮਿਲ ਰਹੀ ਦਾ ਪੈਸਾ ਨਹੀਂ ਮਿਲ ਰਿਹਾ, 3622 ਕਰੋੜ ਰੁਪਏ ਸਾਨੂੰ ਰੂਰਲ ਡਿਵੈਲਪਮੈਂਟ ਫੰਡ ਦਾ ਵੀ ਨਹੀਂ ਮਿਲ ਰਿਹਾ। ਉਸ ਸਥਿਤੀ 'ਚ ਜਦੋਂ 40 ਕਰੋੜ ਰੁਪਏ ਦੇ ਤਾਂ ਅਸੀਂ ਆਲਰੇਡੀ ਨੇੜੇ ਤੇੜੇ ਪਹੁੰਚ ਗਏ ਵੀ ਅਸੀਂ ਮਤਲਬ ਸਾਨੂੰ ਘੱਟ ਮਿਲਣਾ ਹੈ, ਤਾਂ ਉਸ ਨੂੰ ਦੇਖਦੇ ਹੋਏ ਅਸੀਂ ਇਹ 20,000 ਕਰੋੜ ਰੁਪਏ ਦੀ ਜਿਹੜੀ ਸਬਸਿਡੀ ਹੈ
ਕੀ ਉਹਨੂੰ ਅੱਗੇ ਤੱਕ ਲਿਜਾ ਪਾਵਾਂਗੇ ਕਿ ਨਹੀਂ ਲਿਜਾ ਪਾਵਾਂਗੇ। ਇੱਕ ਇਹ ਬਹੁਤ ਬੜਾ ਸਵਾਲ ਹੈ। ਮੈਨੂੰ ਜੋ ਇਹ ਲੱਗ ਰਿਹਾ ਕਿ ਸਰਕਾਰ ਦੀ ਕੋਸ਼ਿਸ਼ ਪੂਰੀ ਇਹ ਹੈ ਕਿ 2024 ਤੱਕ ਦਾ ਘੱਟੋ ਘੱਟ ਇਹਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਖਿੱਚ ਧੂ ਕੇ ਅੱਗੇ ਲੈ ਕੇ ਜਾਈਏ। ਪਰ ਇਹਦੇ ਨਾਲ ਜਿਹੜਾ ਸਾਡਾ ਕੈਪੀਟਲ ਐਕਸਪੈਂਡੀਚਰ ਹੈ ਉਹ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ। ਇਹ ਮੈਨੂੰ ਇਹਦੇ ਉੱਤੇ ਮੈਨੂੰ ਜ਼ਿਆਦਾ ਚਿੰਤਾ ਸਤਾ ਰਹੀ। ਚਿੰਤਾ ਦੀ ਕੀ ਲੋੜ ਹੈ ਜੀ, ਜਦੋਂ ਬੈਠੇ ਨੇ ਸਾਡੇ ਸਿਆਸਤਦਾਨ ਫੈਸਲੇ ਲੈਂਦੇ ਆ, ਤੁਸੀਂ ਨਹੀਂ ਚਿੰਤਾ ਲਾਉਣੀ। ਨਹੀਂ ਇੱਕ ਇਹਦੇ ਚ ਰੰਧਾਵਾ ਸਾਹਿਬ ਇੱਕ ਗੱਲ ਹੈ ਸੀਗੀ, ਮੈਂ ਕੁਝ ਲੋਕਾਂ ਨੂੰ ਪਤਾ ਸੀ ਵੀ 83% ਲੋਕ ਇਹ ਕਹਿ ਰਿਹਾ ਵੀ ਬਹੁਤ ਮਜ਼ਾ ਆ ਗਿਆ ਸਾਨੂੰ, ਜ਼ੀਰੋ ਬਿੱਲ ਆ ਰਿਹਾ। ਪਰ ਉਹਨਾਂ ਨੂੰ ਇਹ ਭੁੱਲਣਾ ਨਹੀਂ ਚਾਹੀਦਾ ਵੀ ਸਰਕਾਰ ਨੇ ਇਹ ਕੋਈ ਆਪਣੀ ਜੇਬ ਚੋਂ ਨਹੀਂ ਦੇਣਾ ਹੈਗਾ, ਜੇਬ ਤਾਂ ਉਹਨਾਂ ਦੀ ਹੀ ਕੱਢਣਾ ਹੈ। ਉਹ ਕਦੋਂ ਕੱਢਣਗੇ? ਦੋ ਤਾਂ ਆ ਚੁੱਕੇ, ਪੈਟਰੋਲ 2 ਵਾਰੀ ਮਹਿੰਗਾ ਹੋ ਚੁੱਕਿਆ, ਤੇ ਜਿਹੜਾ ਪ੍ਰੋਪਰਟੀ ਟੈਕਸ ਵਾਲਾ ਵੀ ਤੁਹਾਨੂੰ ਮੈਂ ਦੱਸਿਆ ਬਸ ਤਿਆਰ ਹੀ ਸਮਝੋ ਖੜਾ ਹੈ, ਆਰਡੀਨੈਂਸ ਕਿਸੇ ਵੀ ਟਾਈਮ ਆ ਸਕਦਾ ਹੈ, ਉਹ ਤੇ ਵੀ 1000 ਕਰੋੜ ਰੁਪਏ ਦਾ ਬੋਝ ਪੈਣਾ ਹੈ। ਸੋ ਇਹ ਜਿਹੜੀ ਸਾਡੇ ਮਨ ਦੇ ਵਿੱਚ ਹੁੰਦੀ ਹੈ ਨਾ ਕਿ ਮੈਨੂੰ ਫ੍ਰੀ ਮਿਲ ਰਹੀ ਹੈ, ਇਹ ਕਿਵੇਂ ਜਿਹਨੂੰ ਕਹਿੰਦੇ ਆ ਇੱਕ ਮੁਗਾਲਤਾ ਜਿਹਾ ਹੁੰਦਾ ਹੈ ਕਿ ਮੈਨੂੰ ਫ੍ਰੀ ਹੈ। ਸਰਕਾਰ ਨੇ ਇੱਕ ਜੇਬ ਚ ਪਾਣਾ ਤੇ ਦੂਸਰੀ ਚੋਂ ਤੁਹਾਨੂੰ ਕੱਢ ਕੇ ਹੀ ਪਾਣਾ, ਆਪਣੇ ਕੋਲ ਆਪਣੀ ਜੇਬ ਚ ਉਹਨਾਂ ਨੇ ਨਹੀਂ ਪਾਣਾ ਹੈਗਾ। ਦੇਖੋ, ਸਰਕਾਰਾਂ ਤੇ ਲੀਡਰ ਕਹਿਣ ਨੂੰ ਬਹੁਤ ਇਮਾਨਦਾਰ ਹੁੰਦੇ ਆ, ਪਰ ਹੁੰਦੇ ਨਹੀਂ ਇਮਾਨਦਾਰ। ਮੈਂ ਦਾਅਵੇ ਨਾਲ ਕਹਿੰਦਾ ਇਮਾਨਦਾਰ ਨਹੀਂ ਹੁੰਦੇ। ਜੇ ਇਮਾਨਦਾਰ ਹੋਣ ਤਾਂ ਉਹ ਫੈਸਲੇ ਇਹੋ ਜਿਹੇ ਕਰਨਗੇ ਕਿ ਜਿਹੜੀਆਂ ਧਿਰਾਂ ਵੱਧ ਟੈਕਸ ਦੇ ਰਹੀਆਂ, ਜਿਹੜੀਆਂ ਜ਼ਿਆਦਾ ਖਰਚਾ ਕਰ ਰਹੀਆਂ, ਜਿਹੜੀਆਂ ਜ਼ਿਆਦਾ ਖਜ਼ਾਨੇ ਦੇ ਵਿੱਚ ਪੈਸੇ ਦੇ ਰਹੀਆਂ ਨੇ, ਸਹੂਲਤ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ। ਉਹਨਾਂ ਲਈ ਨੀਤੀ ਵੱਖਰੀ ਬਣਨੀ ਚਾਹੀਦੀ ਹੈ। ਤੁਸੀਂ ਗਰੀਬ ਲਈ, ਤੁਸੀਂ ਲੋੜਵੰਦ ਲਈ ਮੁੱਢਲੇ ਤੌਰ ਤੇ ਕੁਝ ਚੀਜ਼ਾਂ ਉਹਨਾਂ ਦੇ ਰਾਈਟਸ ਵਿੱਚ ਸ਼ਾਮਲ ਕਰ ਦਿਓ। ਰੋਟੀ ਦਾ ਰਾਈਟ ਆ, ਸਿੱਖਿਆ ਦਾ ਰਾਈਟ ਆ, ਸਾਰੇ ਕਰ ਦਿਓ। ਪਰ ਜਿਹੜੇ ਲੋਕ ਬਹੁਤ ਮੁਸ਼ੱਕਤ ਕਰਕੇ, ਔਰ ਮੈਂ ਦਾਅਵੇ ਨਾਲ ਕਹਿੰਦਾ ਕਿ ਬਹੁਤ ਸਾਰੇ ਕਾਰੋਬਾਰੀ ਤੇ ਬਹੁਤ ਸਾਰੇ ਲੋਕ ਜਿਹੜੇ ਸਫਲ ਹੋਏ ਨੇ ਆਪਣੇ ਕਾਰੋਬਾਰਾਂ ਦੇ ਵਿੱਚ, ਕਿਸੇ ਵੀ ਸ਼ੋਬੇ ਦੇ ਵਿੱਚ, ਉਹਨਾਂ ਨੇ ਲਗਭਗ 18 ਘੰਟੇ ਕੰਮ ਕੀਤਾ ਹੈ। 18 ਘੰਟੇ ਕੰਮ ਕਰਨ ਵਾਲਿਆਂ ਨੂੰ ਕੋਈ ਇਨਸੈਂਟਿਵ ਹੋਣੇ ਚਾਹੀਦੇ ਆ। ਸਾਡੀਆਂ ਸਰਕਾਰਾਂ ਨੀਤੀ ਬਣਾਉਣ ਲੱਗੀਆਂ ਸਿਰਫ ਵੋਟ ਤੱਕ ਜਾ ਰਹੀਆਂ ਨੇ, ਇਮਾਨਦਾਰੀ ਛੱਡ ਜਾਂਦੀਆਂ ਨੇ। ਮੈਨੂੰ ਬਹੁਤ ਸਾਰੇ ਲੋਕ ਇਹੋ ਜਿਹੇ ਮਿਲਦੇ ਨੇ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੁੰਦੀ ਆ। ਉਹ ਜਿਹੜੇ ਲੋਕ, ਜਿਹੜੇ ਸੁਸਾਇਟੀ ਜਿਨ੍ਹਾਂ ਦੇ ਸਿਰ ਤੇ ਖੜੀ ਆ, ਰੁਜ਼ਗਾਰ ਪੈਦਾ ਕਰ ਰਹੇ ਆ, ਜਿਹੜੇ ਲੋਕ ਖੂਬਸੂਰਤ ਬਣਾ ਰਹੇ ਆ ਸਮਾਜ ਨੂੰ, ਤੇ ਉਹਨਾਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਉਹਨਾਂ ਲਈ ਵੱਖਰੀਆਂ ਨੀਤੀਆਂ ਤੁਹਾਨੂੰ ਬਣਾਉਣੀਆਂ ਪੈਣਗੀਆਂ। ਖੈਰ, ਮੈਂ ਭਾਸਕਰ ਸਾਹਿਬ ਤੁਹਾਡੇ ਕੋਲ ਆਉਣਾ ਹੈ। ਇਹ ਸਵਾਲ ਕਾਫੀ ਅਹਿਮ ਆ ਕਿ ਜਿਹਦੀ ਸੱਤਾ, ਬਹੁਤ ਸਾਰੇ ਸਿਆਸਤਦਾਨ ਜਿਹੜੇ ਥੱਲੇ ਦੇ ਲੈਵਲ ਤੇ ਆ, ਉਹ ਸੱਤਾ ਨਾਲ ਜੋੜਨਾ ਚਾਹੁੰਦੇ ਆ। ਖਾਸ ਤੌਰ ਤੇ ਉਦੋਂ ਜਦੋਂ ਮੌਜੂਦਾ ਸੱਤਾ ਦੇ ਵਿੱਚ ਆਪਣੀ ਧੇਰੀ ਕੋਈ ਨਹੀਂ ਹੈਗੀ। ਪਿੰਡਾਂ ਤੋਂ ਸ਼ਹਿਰਾਂ ਤੱਕ ਤੇ ਜਿਹੜੇ ਕੌਂਸਲਰ ਤੱਕ ਜਿਹੜੇ ਹੈਗੇ ਲੋਕ, ਉਹਨਾਂ ਨੂੰ ਪਤਾ ਹੈ ਕਿ ਸ਼ਰੀਕੇਬਾਜ਼ੀ ਹੈ ਨਹੀਂ, ਕੰਪੀਟ ਕਰਨਾ ਨਹੀਂ ਪੈਣਾ, ਵਲੰਟੀਅਰਸ ਨੇ ਕਿਹੜਾ ਸਾਨੂੰ ਅੱਗੋਂ ਹੁੱਬ ਕੇ ਰੋਕ ਲੈਣਾ। ਸੋ ਬਹੁਤ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਬਦਲਣ ਦੀਆਂ ਗੱਲਾਂ ਆ ਰਹੀਆਂ ਨੇ, ਖਬਰਾਂ ਆ ਰਹੀਆਂ ਨੇ। ਉਹਦੇ ਦਰਮਿਆਨ ਦੇ ਵਿੱਚ ਆ ਇੱਕ ਮੋਗੇ ਕੋਟਕਪੂਰਾ ਵਾਲੀ ਖਬਰ ਮੈਂ ਦੇਖ ਰਿਹਾ ਸੀਗਾ। ਇਹ ਸਿਲਸਿਲਾ ਬਣੂ ਪੂਰੇ ਪੰਜਾਬ ਦੇ ਵਿੱਚ। ਆਉਂਦੀ ਇਲੈਕਸ਼ਨ ਜਿਹੜੀ ਕੌਂਸਲਾਂ ਦੀ ਆ, ਪੰਚਾਇਤਾਂ ਦੀ ਆ, ਬਹੁਤ ਸਾਰੇ ਅਕਾਲੀ ਤੇ ਕਾਂਗਰਸੀ ਧੜੇ ਟੁੱਟ ਕੇ, ਛਾਲਾਂ ਮਾਰ ਕੇ, ਇੱਕ ਦੂਜੇ ਦੇ ਉੱਤੋਂ ਦੀ ਹੋ ਕੇ ਪੈਣਗੇ ਇੱਧਰ ਆਉਣ ਲਈ। ਗੱਲ ਤੋਰ ਦਿਓ। ਜਿੱਥੇ ਤੱਕ ਗੱਲ ਦੂਜੀ ਪਾਰਟੀਆਂ ਦੇ ਕਾਉਂਸਲਰ ਔਰ ਹੋਰ ਛੋਟੇ ਲੈਵਲ ਦੇ ਵਰਕਰ ਦੀ ਗੱਲ ਕਰੀਏ, ਤੇ ਪਿਛਲੇ ਦਿਨਾਂ ਦੇ ਵਿੱਚ ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲੇ ਅਸੀਂ ਇਹ ਗੱਲ ਦੇਖੀ ਕਿ ਆਮ ਆਦਮੀ ਪਾਰਟੀ ਕੋਲ ਜਲੰਧਰ ਦੇ ਵਿੱਚ ਆਪਣਾ ਕੋਈ ਕੈਂਡੀਡੇਟ ਤੱਕ ਨਹੀਂ ਸੀ ਇਲੈਕਸ਼ਨ ਲੜਾਉਣ ਵਾਸਤੇ। ਤੇ ਫਿਰ ਸੁਸ਼ੀਲ ਰਿੰਕੂ ਉਹਨਾਂ ਤੇ ਅੱਖ ਪਈ, ਉਹਨਾਂ ਨੂੰ ਆਪਣੀ ਪਾਰਟੀ ਸ਼ਾਮਿਲ ਕੀਤਾ। ਔਰ ਉਸ ਤੋਂ ਪਹਿਲੇ ਡਿਪਟੀ ਮੇਅਰ ਤੋਂ ਲੈ ਕੇ ਬਹੁਤ ਸਾਰੇ ਕਾਉਂਸਲਰ ਉਹ ਆਮ ਆਦਮੀ ਪਾਰਟੀ ਆਲਰੇਡੀ ਜੁਆਇਨ ਕਰ ਚੁੱਕੇ ਸੀ। ਔਰ ਹੁਣ ਗੱਲ ਕਰ ਰਹੇ ਹਾਂ ਆਪਾਂ ਮੋਗੇ ਦੀ। ਮੋਗੇ ਦੇ ਵਿੱਚ ਪਿਛਲੇ ਕੁਝ ਦਿਨ ਪਹਿਲੇ 29 ਕਾਉਂਸਲਰ, ਯਾਨੀ ਜੂਨ 6 ਨੂੰ 29 ਕਾਉਂਸਲਰ ਜੁਆਇਨ ਕਰ ਗਏ ਆਮ ਆਦਮੀ ਪਾਰਟੀ, ਜਿਹਦੇ 2-4 ਕਾਉਂਸਲਰ ਪਹਿਲੇ ਵੀ ਸੀਗੇ। ਹੁਣ ਉਸ ਤੋਂ ਬਾਅਦ ਇੱਕ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਹੈ, ਉੱਥੇ ਦੀ ਮੇਅਰ ਨਿਕਿਤਾ ਭੱਲਾ ਦੇ ਖਿਲਾਫ ਲਿਆਏ ਜਾ ਰਿਹਾ। ਔਰ ਜੁਲਾਈ 4 ਨੂੰ ਉਹਨਾਂ ਦਾ ਟੈਸਟ ਹੈਗਾ ਔਨ ਦੀ ਫਲੋਰ ਆਫ ਮਿਊਨਿਸਪਲ ਕਾਰਪੋਰੇਸ਼ਨ ਜਾਂ ਉਸ ਦਫ਼ਤਰ ਦੇ ਵਿੱਚ। ਉਸ ਤੋਂ ਇਲਾਵਾ ਕੋਟਕਪੂਰਾ ਦੇ ਵਿੱਚ ਸੰਧਵਾ ਸਾਹਿਬ ਦੇ ਭਾਈ ਦੇ ਘਰ, ਬ੍ਰਦਰ ਦੇ ਘਰ, ਕੱਲ 13 ਕਾਉਂਸਲਰ ਕੋਟਕਪੂਰਾ ਮਿਊਨਿਸਪਲ ਕਮੇਟੀ ਦੇ ਜੁਆਇਨ ਕਰ ਜਾਂਦੇ ਨੇ ਆਮ ਆਦਮੀ ਪਾਰਟੀ। ਇਹ ਸਿਲਸਿਲਾ ਕੋਟਕਪੂਰਾ, ਮੋਗਾ, ਜਲੰਧਰ ਜਾਂ ਇਹਨਾਂ ਸਿਟੀਜ਼ ਦੇ ਵਿੱਚ ਹੀ ਸੀਮਿਤ ਨਹੀਂ ਹੈ। ਸਿਵਿਕ ਪੋਵਲ ਯਾਨੀ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣੇ ਆ ਤਕਰੀਬਨ ਸੈਪਟੰਬਰ ਦੇ ਵਿੱਚ। ਉਸ ਤੋਂ ਪਹਿਲੇ ਤੁਸੀਂ ਇਹ ਦੇਖੋਗੇ ਕਿ ਤਕਰੀਬਨ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ
ਇਹ ਕਾਉਂਸਲਰ ਲੈਵਲ ਦੇ ਲੀਡਰ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਗੇ, ਕਿਉਂਕਿ ਇੱਕ ਕਹਾਵਤ ਹੈਗੀ ਹੈ ਜਿਹਦੀ ਸਰਕਾਰ ਉੱਤੇ ਉਹਦੀ ਥੱਲੇ ਵੀ ਹੁੰਦੀ ਹੈ, ਔਰ ਜੇ ਥੱਲੇ ਸਰਕਾਰ ਦੇ ਵਿੱਚ ਭਾਗੀਦਾਰੀ ਚਾਹਨੀ ਹੈ, ਕਿਉਂਕਿ ਜਿਹੜੇ ਵੋਲੰਟੀਅਰਸ ਨੇ, ਹੁਣ ਜਲੰਧਰ ਦੀ ਗੱਲ ਕਰ ਰਹੇ ਹਾਂ, ਪਿਛਲੇ 2017 ਦੇ ਵਿੱਚ ਜਦ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਸੀ ਤੇ ਆਮ ਆਦਮੀ ਪਾਰਟੀ ਨੇ ਲੜੀ ਸੀ 42 ਸੀਟਾਂ, ਯਾਨੀ 42 ਵਾਰਡ ਦੇ ਉੱਤੇ 80 ਵਿੱਚੋਂ ਉਹਨਾਂ ਨੇ ਆਪਣੇ ਕੈਂਡੀਡੇਟ ਉਤਾਰੇ ਸੀ, ਔਰ ਤਕਰੀਬਨ ਸਾਰੇ ਵਾਰਡਸ ਦੇ ਵਿੱਚ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਸੀ, ਔਰ ਉਹਨਾਂ 42 ਦੇ ਵਿੱਚੋਂ ਹੁਣ ਸਿਰਫ 18 ਇਸ ਤਰ੍ਹਾਂ ਦੇ ਉਹ ਕਾਉਂਸਲਰ ਹੈਗੇ ਨੇ, ਜਿਹੜੇ ਕਾਉਂਸਲਰ ਤੇ ਨਹੀਂ, ਜਿਹੜੇ ਟਿਕਟ ਕੈਂਡੀਡੇਟ ਹੈਗੇ ਜਿਹੜੇ ਲੜੇ ਸੀਗੇ, ਬਾਕੀ ਸਾਰੇ ਪਾਰਟੀ ਛੱਡ ਚੁੱਕੇ ਨੇ। ਹੁਣ ਨਵੀਂ ਪਾਰਟੀ ਬਣਾਉਣ ਵਾਸਤੇ, ਨਵੇਂ ਕੈਂਡੀਡੇਟ ਤਿਆਰ ਕਰਨ ਵਾਸਤੇ ਕਾਂਗਰਸ ਤੋਂ ਜਾਂ ਬੀਜੇਪੀ ਦੀ ਹਾਲਾਂਕਿ ਆਮਦ ਕਾਫੀ ਘੱਟ ਹੈਗੀ ਹੈ ਅਜੇ ਆਮ ਆਦਮੀ ਪਾਰਟੀ 'ਚ, ਪਰ ਚਲੋ ਉਹ ਵੀ ਸ਼ੁਰੂ ਹੋ ਗਈ ਹੈ, ਕਿਉਂਕਿ ਜਲੰਧਰ ਵੈਸਟ ਦੇ ਕੈਂਡੀਡੇਟ ਮਹਿੰਦਰ ਭਗਤ ਉਹ ਜਲੰਧਰ ਜਿਮਨੀ ਚੋਣਾਂ ਤੋਂ ਪਹਿਲੇ ਆਪਣੇ ਵਰਕਰਾਂ ਸਮੇਤ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਸੀ। ਇਹ ਕਵਾਇਦ ਹੁਣ ਰੈਡੀਮੇਡ ਵੋਲੰਟੀਅਰਸ ਕੈਂਡੀਡੇਟ ਲੈਣ ਦੀ ਅੱਗੇ ਚੱਲ ਕੇ ਪੂਰੇ ਪੰਜਾਬ ਦੇ ਵਿੱਚ ਤੇਜ਼ ਹੁੰਦੀ ਹੈ, ਔਰ ਸੈਪਟੈਂਬਰ ਤੋਂ ਪਹਿਲੇ ਹਰ ਵਾਰਡ ਦੇ ਉੱਤੇ ਭਾਵੇਂ ਉਹ ਕਾਂਗਰਸ ਦਾ ਕੈਂਡੀਡੇਟ ਹੋਏ ਪਹਿਲੇ ਲੜਿਆ ਹੋਏ, ਉਹ ਆਮ ਆਦਮੀ ਪਾਰਟੀ ਤਿਆਰ ਕਰਕੇ ਬੈਠੀ ਹੋਈ। ਇੰਦਰਪ੍ਰੀਤ ਜੀ, ਆਖਰੀ ਇੱਕ ਇਨਫੋਰਮੇਸ਼ਨ, ਜਿਹੜਾ ਮੌਨਸੂਨ ਸੈਸ਼ਨ ਹੈ ਸੰਸਦ ਦਾ ਉਹ ਸ਼ੁਰੂ ਹੋ ਰਿਹਾ ਆ ਥੋੜੇ ਦਿਨਾਂ ਦੇ ਵਿੱਚ, ਜੁਲਾਈ ਦੇ ਵਿੱਚ, ਤੇ ਇਹ ਜਾਣਾ ਅਗਸਤ 11 ਤੱਕ, ਇਹ 20 ਜੁਲਾਈ ਤੋਂ ਸ਼ੁਰੂ ਹੋਣਾ ਹੈ ਔਰ 11 ਅਗਸਤ ਤੱਕ। ਇਹਦੇ ਵਿੱਚ ਕਾਫੀ ਅਹਿਮ ਮਾਮਲੇ ਆਉਣ ਵਾਲੇ ਨੇ, ਯੂਨੀਫਾਰਮ ਸਿਵਲ ਕੋਡ ਵੀ ਆ ਸਕਦਾ ਤੇ ਰੌਲੇ ਕਾਫੀ ਪੈਣਗੇ, ਔਰ ਪਹਿਲੀ ਵਾਰੀ ਹੋਊਗਾ ਸ਼ਾਇਦ ਚੱਲਦਾ ਹੋਇਆ ਸੈਸ਼ਨ ਸਦਨ ਸ਼ਿਫਟ ਹੋ ਜਾਊਗਾ ਨਵੀਂ ਬਿਲਡਿੰਗ ਦੇ ਵਿੱਚ, ਇੰਜ ਵੀ ਹੋ ਸਕਦਾ। ਬਿਲਕੁਲ, ਦੇਖੋ ਤਿਆਰ ਤਾਂ ਹੋ ਗਿਆ ਔਰ ਉਹ 'ਚ ਸ਼ਿਫਟ ਹੋ ਸਕਦਾ ਹੈ, ਪਰ ਸਵਾਲ ਪਹਿਲਾਂ ਇਹੀ ਹੈ ਕਿ ਪਹਿਲਾਂ ਹੀ ਕਿਤੇ ਜਿਹੜਾ ਸੈਸ਼ਨ ਹੈ ਉਹ ਇਹੋ ਜਿਹਾ ਨਾ ਹੋ ਜਾਏ ਜਿਹੜਾ ਚੱਲੇ ਹੀ ਨਾ ਉਸ ਸੈਸ਼ਨ 'ਚ, ਉਹ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਹੈ, ਕਿਉਂਕਿ ਜਿਹੜਾ UCC ਆ ਰਿਹਾ ਹੈਗਾ ਸਿਵਲ ਕੋਡ, ਯੂਨੀਅਨ ਸਿਵਲ ਕੋਡ ਜਿਹੜਾ ਹੈਗਾ, ਮੈਨੂੰ ਲੱਗਦਾ ਕਿ ਉਸ ਤੇ ਤਾਂ ਪੂਰੀ ਬਹੁਤ ਸਾਰੀਆਂ ਪਾਰਟੀ ਪੋਲਰਾਈਜੇਸ਼ਨ ਦੇਖੋ ਆਲਮੋਸਟ ਹੋ ਚੁੱਕੀ ਹੈ, ਔਰ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਪਾਰਟੀ ਜਿਹੜੀ ਹੈਗੀ ਹੈ, ਵਿਰੋਧੀ ਧਿਰ ਜਿਹੜੀ ਹੈਗੀ ਹੈ, ਉਹ ਇਹਨੂੰ ਬਖਸ਼ਣਾ ਚਾਹੇਗੀ ਭਾਰਤੀ ਜਨਤਾ ਪਾਰਟੀ, ਜਾਂ ਜਿਹੜੇ ਉਹਦੇ ਅਲਾਈਜ਼ ਨੇ ਉਹਨਾਂ ਨੂੰ ਛੱਡਣਾ ਚਾਹੇਗੀ, ਔਰ ਇਹ ਪਾਰਟੀ ਸੰਸਦ ਚੱਲਣ ਦੇਗੀ, ਮੈਨੂੰ ਇਹਦੇ ਤੇ ਵੀ ਸ਼ੱਕ ਹੈਗਾ। ਤੇ ਇਸ ਕਰਕੇ ਜਦੋਂ ਅਸੀਂ ਨਵੇਂ 'ਚ ਸ਼ਿਫਟ ਕਰਾਂਗੇ, ਚੱਲਦਾ ਹੋਇਆ ਸੈਸ਼ਨ ਜਦੋਂ ਨਵੇਂ 'ਚ ਸ਼ਿਫਟ ਕਰਾਂਗੇ, ਉਹ ਬਹੁਤ ਇੰਪੋਰਟੈਂਟ ਗੱਲ ਹੋਊਗੀ ਦੇਖਣ ਵਾਸਤੇ ਵੀ ਕੀ ਜਿਹੜੇ ਸਾਰੇ ਲੋਕ ਨੇ ਉਹ ਇਸ ਗੱਲ ਲਈ ਤਿਆਰ ਨੇ ਕਿ ਹਾਂ ਜਦੋਂ ਪਹਿਲਾ ਦਿਨ ਘੱਟੋ ਘੱਟ ਹੈ ਉਹ ਯਾਰ ਅਸੀਂ ਉਹਦੇ ਸੈਸ਼ਨ ਚੱਲਣ ਦੇਵਾਂਗੇ, ਇਹ ਕਿਉਂਕਿ ਚਰਚਾ ਲਈ ਹੀ ਹੈ। ਦੇਖੋ ਮੈਂ ਕਹਿੰਦਾ ਵੀ ਚਾਹੇ ਸਿਵਲ ਕੋਡ ਸਰਕਾਰ ਲਾਗੂ ਕਰਨਾ ਚਾਹੁੰਦੇ, ਕਹੇ ਨਾ ਕਿ ਹਾਂ ਅਸੀਂ ਲਾਗੂ ਕਰਨਾ ਹੈ, ਆਹ ਉਹਦਾ ਡਰਾਫਟ ਹੈ, ਆਓ ਆਪਾਂ ਨਵੇਂ ਸੈਸ਼ਨ 'ਚ ਇਸ ਤੇ ਬਹਿਸ ਕਰਦੇ ਹਾਂ, ਜੇ ਬਹਿਸ 'ਚ ਉਹ ਕਾਮਯਾਬ ਹੁੰਦੇ ਤਾਂ ਕਰਾ ਲੈਣ, ਇਹ 'ਚ ਹਰਜ ਕੀ ਹੈ, ਪਰ ਡਿਸਕਸ਼ਨ, ਇਹ ਪਲੇਟਫਾਰਮ ਡਿਸਕਸ਼ਨ ਦੇ ਨੇ, ਨਾ ਕਿ ਮਤਲਬ ਇੱਕ ਦੂਜੇ ਦੇ ਕਾਗਜ਼ ਪੱਤਰ ਸਿੱਟਣ ਦੇ ਜਾਂ ਹੋ ਹੱਲਾ ਕਰਨ ਦੇ ਨਹੀਂ ਹੈਗੇ। ਡਿਸਕਸ਼ਨ ਕਰੋ, ਡਿਸਕਸ਼ਨ 'ਚ ਜੋ ਚੀਜ਼ ਆਉਂਦੀ ਆ ਉਹਨੂੰ ਲਾਗੂ ਕਰ ਲਓ। ਭਾਸਕਰ ਸਾਹਿਬ, ਆਖਰੀ 2 ਲਾਈਨਾਂ। ਹਾਲਾਂਕਿ UCC ਦੇ ਮੁੱਦੇ ਦੇ ਉੱਤੇ 13 ਜੁਲਾਈ ਦੇ ਤੱਕ ਲਾਅ ਕਮਿਸ਼ਨ ਨੇ ਆਪਣੀ ਆਬਜੈਕਸ਼ਨਸ ਜਾਂ ਆਪਣੀ ਰਿਐਕਸ਼ਨਸ ਓਪੀਨੀਅਨ ਮੰਗੇ ਨੇ। 13 ਜੁਲਾਈ ਤੋਂ ਬਾਅਦ ਅੱਜ ਦੀ ਜਿਹੜਾ ਆંકੜਾ ਹੈਗਾ ਉਹ 5.5 ਲੱਖ ਤੋਂ ਵੱਧ ਇਸ ਤਰ੍ਹਾਂ ਦੇ ਓਪੀਨੀਅਨ ਆ ਚੁੱਕੇ ਨੇ, ਸੁਜੈਸ਼ਨ ਆ ਚੁੱਕੇ ਨੇ, ਆਬਜੈਕਸ਼ਨ ਵੀ ਆ ਚੁੱਕੇ ਨੇ। ਬਾਅਦ ਚੋਂ ਹੁਣ ਉਮੀਦ ਬੜੀ ਘੱਟ ਹੈ ਕਿ ਐਤਕੀ ਜਿਹੜਾ ਸੈਸ਼ਨ ਮੌਨਸੂਨ ਦਾ ਹੋਏਗਾ ਉਹਦੇ ਵਿੱਚ UCC ਦੇ ਉੱਤੇ ਕੋਈ ਬਿੱਲ ਲਿਆਇਆ ਜਾ ਸਕਦਾ। UCC ਦੇ ਮੁੱਦੇ ਨੂੰ 2024 ਤੱਕ ਇੱਕ ਤਰੀਕੇ ਨਾਲ ਲਿੰਗਰ ਔਨ ਕੀਤਾ ਜਾਏਗਾ, ਔਰ ਇਹਦੇ ਉੱਤੇ ਰਾਜਨੀਤੀ ਪੂਰੀ ਡਟ ਕੇ ਹੋਏਗੀ, ਔਰ ਸਾਰੀ ਪੋਲੀਟੀਕਲ ਪਾਰਟੀਆਂ ਕਿੱਥੇ ਖੜੀਆਂ। ਆਪੋਜੀਸ਼ਨ ਪਾਰਟੀ ਦੇ ਵਿੱਚ ਤੇ ਹੁਣੇ ਇਹ ਰੌਲਾ ਪਾ ਗਿਆ ਜਦ ਇੱਕ ਦੂਜੇ ਨੂੰ ਇਹ ਪੁੱਛਦੇ ਨੇ ਕਿ ਵੀ ਦੱਸੋ ਤੁਸੀਂ ਕਿੱਥੇ ਖੜੇ ਹੋ, UCC ਨੂੰ ਸਪੋਰਟ ਕਰ ਰਹੇ ਹੋ, ਕਿਉਂਕਿ ਆਮ ਆਦਮੀ ਪਾਰਟੀ ਦੇ ਸੰਦੀਪ ਪਾਠਕ ਉਹਨਾਂ ਨੇ ਇਹ ਕਹਿ ਕੇ ਕਿ ਸਿਧਾਂਤਿਕ ਤੌਰ ਤੇ ਇਨ ਪ੍ਰਿੰਸੀਪਲ ਅਸੀਂ UCC ਨੂੰ ਸਪੋਰਟ ਕਰਦੇ ਹਾਂ, ਤੇ ਫਿਰ ਕਾਂਗਰਸ ਨੇ ਪੁੱਛ ਲਿਆ ਨਾ ਵੀ ਹੁਣ ਆਮ ਆਦਮੀ ਪਾਰਟੀ ਆਪਣਾ ਸਟੈਂਡ ਕਲੈਰੀਫਾਈ ਕਰੇ। ਔਰ ਉਸ ਤੋਂ ਪਹਿਲੇ ਨਿਤੀਸ਼ ਕੁਮਾਰ JDU ਜਿਨ੍ਹਾਂ ਨੇ ਉਹ ਮੀਟਿੰਗ ਕੀਤੀ ਸੀ, ਉਸ ਪਾਰਟੀ ਨੇ ਵੀ ਕਿਹਾ ਕਿ UCC ਦੇ ਉੱਤੇ ਅਸੀਂ ਪ੍ਰਿੰਸੀਪਲੀ ਐਗਰੀਡ ਹਾਂ, ਯਾਨੀ ਜਿਹੜੀ ਵਿਰੋਧੀ ਖੇਮਾ ਜੂਨ 23 ਨੂੰ ਇਕੱਠੇ ਹੋਇਆ ਸੀ ਯੂਨੀਫਾਰਮ ਸਿਵਲ ਕੋਡ ਦੇ ਮੁੱਦੇ ਦੇ ਉੱਤੇ, ਉਹਦੇ ਵਿੱਚ ਵੀ ਬਿਖਰਾਵ ਦੇਖਣ ਨੂੰ ਮਿਲ ਰਹੇ ਨੇ, ਮੋਟਿਵ ਵੀ ਆਈ ਹੈ। ਤੇ ਇਸ ਕਰਕੇ UCC ਦੇ ਮੁੱਦੇ ਦੇ ਉੱਤੇ ਪਾਰਲੀਮੈਂਟ ਵਿੱਚ ਕਿੰਨੀ ਕੁ ਡਿਸਕਸ਼ਨ ਹੋਏਗੀ ਔਰ ਉਸ ਡਿਸਕਸ਼ਨ ਦਾ ਸਿੱਟਾ ਕੀ ਨਿਕਲੇਗਾ। ਹੁਣ ਇਹ ਵੇ ਕਿ ਰਾਜ ਸਭਾ ਦੇ ਵਿੱਚ ਕੁਝ ਕੁਰਸੀਆਂ ਨਾ ਲੱਗਣ ਕਰਕੇ ਇਹ ਸੈਸ਼ਨ 20 ਜੁਲਾਈ ਨੂੰ ਨਵੇਂ ਪਾਰਲੀਮੈਂਟ ਹਾਊਸ ਦੇ ਵਿੱਚ ਨਹੀਂ ਹੋ ਰਿਹਾ, ਔਰ ਉਸ ਰਾਜ ਸਭਾ ਦੇ ਵਿੱਚ ਹੀ ਅੰਦਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਆਪਣੀ ਪੂਰੀ ਸੈਨਾ ਤਿਆਰ ਕੀਤੀ ਹੈ ਵੀ ਕਿਸ ਤਰੀਕੇ ਨਾਲ ਅਸੀਂ ਉਸ ਆਰਡੀਨੈਂਸ ਦਾ ਵਿਰੋਧ ਕਰਨਾ ਹੈ।
ਉੱਥੇ ਕੁਝ ਕੁਰਸੀਆਂ ਦੀ ਘਾਟ ਹੈ। ਖਬਰ ਇਹੀ ਨਿਕਲ ਕੇ ਆਈ ਹੈ, ਉਹ ਕੁਰਸੀਆਂ ਵਾਧੂ ਕਰਕੇ ਹੋ ਸਕਦਾ ਹੈ 20 ਤਰੀਕ ਨੂੰ ਸ਼ੁਰੂ ਹੋ ਕੇ 22 23 25 26 ਤਰੀਕ ਤੱਕ ਇਹ ਨਵੇਂ ਜਿਹੜੇ ਉਹ ਸੰਗੋਲ ਵਾਲਾ ਸੈਸ਼ਨ ਹੈਗਾ ਉੱਥੇ ਸ਼ਿਫਟ, ਇਹ ਸਾਰਾ ਪਾਰਲੀਮੈਂਟ ਦੀ ਕਾਰਵਾਈ ਉੱਥੇ ਸ਼ਿਫਟ ਹੋ ਜਾਏ। ਨਜ਼ਰ ਬਣੀ ਰਹੇਗੀ ਸਾਰਿਆਂ ਦੀ, ਔਰ ਦੇਖਣ ਵਾਲਾ ਹੋਊਗਾ ਕਿ ਵਿਰੋਧੀ ਪਾਰਟੀਆਂ ਦੀ ਏਕਤਾ ਕਿੰਨੀ ਕੁ ਟਿਕਦੀ ਹੈ ਇਹਨਾਂ ਸੈਂਸਿਟਿਵ ਮੁੱਦਿਆਂ ਦੇ ਉੱਤੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।